श्री नानक अंगद गुरु अमरदास पद बंद। रामदास अर्जन गुरु बार श्री हर गोबिंद। हरि राय हर कृष्ण गुर तेग बहादुर चंद। दसवें गोबिंद सिंह गुरु नमो चरण अरविंद। जिसमें अमृत ज्ञान है मानक भगत वैराग। श्री गुरु ग्रंथ साहिब उदद बंदों कर अनुराग। श्री गुर शब्द कमाए जिना जीते पंच विकार। तिन संतन को बंदना सिर चरणन पर तार। एक अंकारा सतगुरु तेह प्रसाद सच होए। वाहिगुरु जी की फतेह विघ्न विनाशन सोए। एक अंकारा सतगुरु तेह प्रसाद सच होए। वाहिगुरु जी की फतेह विघ्न विनाशन सोए। सतनाम श्री वाहिगुरु साहिब जी। दोहरा कूच कुपालना ते करियो तेग बहादुर राय। आयो दीवा ग्राम पुन उतरे सहज सुभाए। कूच कुपालना ते करियो। वाहिगुरु जी का खालसा वाहिगुरु जी की फतेह। परम सम्मान जोग चबर सदर तख्त दे मालक गुरता गद्दी दे तख्त ते सुभाए मान। प्रगट गुरां की दे प्रताख हार। धन धन सतगुरु श्री गुरु ग्रंथ साहिब महाराज जी दे पवित्र पावन हजूरी दे अंदर धन धन शहीद सतगुरु धर्म रखियक बंदगी दे पुंज शांत स्वरूप शस्त्र धारी जोधे श्री गुरु तेग बहादुर साहब महाराज जी दे परम पवित्र तप अस्थान गुरुद्वारा श्री भोरा साहिब जी विखे महाराज दे पावन अस्थानां दी यात्रा करके दर्शन दिदारे सेवावां करके हाजरियां भर के लाहा प्राप्त कर रहे गुरु प्यारे खालसा साध संगत जी। अज दा जो पावन पवित्र दिहाड़ा दरबार खालसा गुरु कलगीधर महाराज साहिब जी तो शस्त्र पूजन दिवस की मर्यादा आरंभ हुई। शेरे पंजाब महाराजा रणजीत सिंह भी लाहौर दे अंदर दरबार खालसा सजा करके सूरवीर योधियां दे करतब वेखदे हुंदे सन। ये दरबार खालसा दा ही दिन है जिस दिन सरदार हरी सिंह नलूए दे जौहर वेख करके ते महाराजा रणजीत सिंह जी ने अपनी फौज दे विच शामिल कीता सी। गुरु गोबिंद सिंह साहब महाराज साहब जी ने शस्त्रां दे नाल खालसे नूं जोड़िया भी शस्त्र धारी होगे तां बचे रहोगे। ते शस्त्रां नूं बराबर दा दर्जा दिता अपने बराबर दा। जिथे महाराज दे स्वरूप दा प्रकाश हुंदा उहदे नाल बराबर शस्त्रां दा प्रकाश हुंदा है। आपां वेखदे ही सब गुरु घरां दे विच तां है ही, पर विशेष तौर ते जिहड़े खालसे दे तख्त हन
ਤਖਤਾਂ ਦੇ ਉੱਪਰ ਸਾਧ ਸੰਗਤ ਮੁੱਖ ਥਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੁੰਦਾ, ਸਗੋਂ ਉਥੇ ਸ਼ਸਤਰ ਪ੍ਰਕਾਸ਼ ਹੁੰਦੇ ਨੇ। ਤੇ ਇੱਕ ਪਾਸੇ ਖਾਲਸੇ ਨੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕੀਤੇ ਨੇ। ਤਖਤ ਸ੍ਰੀ ਕੇਸਗੜ੍ਹ ਸਾਹਿਬ ਵੇਖੋ, ਪ੍ਰਕਾਸ਼ ਬਾਹਰ ਇੱਕ ਪਾਸੇ ਹੈ ਤੇ ਅੰਦਰ ਤਖਤ ਦੇ ਉੱਤੇ ਸ਼ਸਤਰ ਸੁਭਾਏਮਾਨ ਨੇ। ਹਜੂਰ ਸਾਹਿਬ ਜਾ ਕੇ ਦਰਸ਼ਨ ਕਰੋ, ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਪਾਸੇ ਨੇ, ਪਰ ਉੱਚੇ ਥਾਂ ਤੇ ਸ਼ਸਤਰ ਸੁਭਾਏਮਾਨ ਨੇ। ਇਸ ਤਰ੍ਹਾਂ ਦਮਦਮਾ ਸਾਹਿਬ ਵੀ ਸ਼ਸਤਰਾਂ ਦਾ ਪ੍ਰਕਾਸ਼ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਥੜੇ ਦੇ ਉੱਪਰ ਉੱਚੇ ਥਾਂ ਤੇ ਸ਼ਸਤਰ ਸੁਭਾਏਮਾਨ ਨੇ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਥੇ ਹੇਠਾਂ ਹੈ। ਕਹਿਣ ਤੋਂ ਭਾਵੇਂ ਵੀ ਸ਼ਸਤਰਾਂ ਨੂੰ ਮਾਣ ਬਖਸ਼ਿਆ ਮਹਾਰਾਜ ਨੇ। ਸ਼ਸਤਰ ਦੇ ਵਿੱਚੋਂ ਹੀ ਸਾਧ ਸੰਗਤ ਜਿੱਤ ਹਾਸਲ ਹੁੰਦੀ ਹੈ, ਸ਼ਸਤਰ ਦੇ ਵਿੱਚੋਂ ਹੀ ਸ਼ਾਂਤੀ ਨਿਕਲਦੀ ਹੈ। ਇੱਕ ਵਾਰ ਕਿਹਾ ਸੀ ਸੰਤ ਜਰਨੈਲ ਸਿੰਘ ਹੋਣਾ ਨੂੰ, ਕਿਸੇ ਨੇ ਵੀ ਤੁਸੀਂ ਸ਼ਸਤਰ ਕਿਉਂ ਰੱਖੇ ਹਨ, ਕਿਉਂ ਕਹਿੰਦੇ ਹੋ ਵੀ ਹਥਿਆਰ ਰੱਖੋ, ਤੁਸੀਂ ਇਹ ਅਸ਼ਾਂਤੀ ਫੈਲਾ ਰਹੇ ਹੋ। ਤਾਂ ਮਹਾਂਪੁਰਖਾਂ ਦਾ ਉੱਤਰ ਸੀ ਵੀ ਸ਼ਾਂਤੀ ਸ਼ਸਤਰ ਵਿੱਚੋਂ ਨਿਕਲਦੀ ਹੈ। ਜੇ ਵੇਖਣਾ ਹੈ ਤਾਂ ਬਾਰਡਰ ਦੇ ਉੱਤੋਂ ਫੌਜਾਂ ਹਟਾ ਲਓ, ਵੱਡੇ ਵੱਡੇ ਸ਼ਸਤਰ ਜਿਹੜੇ ਹਨ ਅਸਤਰ ਪਛਾਹ ਕਰ ਲਓ, ਫਿਰ ਵੇਖੋ ਵੀ ਸ਼ਾਂਤੀ ਆਉਂਦੀ ਹੈ ਕਿ ਅਸ਼ਾਂਤੀ ਆਉਂਦੀ ਹੈ। ਜਿੰਨਾ ਚਿਰ ਤੋਪਾਂ ਟੈਂਕ ਵੱਡੇ ਵੱਡੇ ਅਸਤਰ ਸ਼ਸਤਰ ਲੈ ਕੇ ਫੌਜਾਂ ਤਿਆਰ ਰਹਿੰਦੀਆਂ ਨੇ, ਉਹਨਾਂ ਚਿਰ ਤਾਂ ਸ਼ਾਂਤੀ ਹੈ। ਜਦੋਂ ਸਾਹਮਣੇ ਵਾਲੇ ਨੂੰ ਲੱਗੇ ਵੀ ਇਹ ਕਮਜ਼ੋਰ ਨੇ, ਇਹਨਾਂ ਕੋਲ ਸ਼ਸਤਰ ਹੈ ਨਹੀਂ, ਉਦੋਂ ਹੀ ਹਮਲਾ ਕਰਦੇ ਨੇ ਨਾ। ਇਵੇਂ ਇਹ ਸਾਧ ਸੰਗਤ ਬਹੁਤ ਹੀ ਸਾਨੂੰ ਇਹਨਾਂ ਚੀਜ਼ਾਂ ਬਾਰੇ ਘੱਟ ਜਾਣਕਾਰੀ ਦਿੱਤੀ ਜਾਂਦੀ ਵੀ ਸ਼ਸਤਰ ਕੋਲ ਰੱਖਣ ਦੇ ਨਾਲ ਜਿੱਤ ਵੀ ਜਿੱਥੇ ਹੁੰਦੀ ਉੱਥੇ ਸ਼ਾਂਤੀ ਵੀ ਸ਼ਸਤਰਾਂ ਨਾਲ ਹੀ ਫੈਲਦੀ ਹੈ। ਇਹੀ ਕਾਰਨ ਹੈ ਨਾ ਵੀ ਦੁਨੀਆ ਦੇ ਮੁਲਕ ਇੱਕ ਦੂਸਰੇ ਕੋਲੋਂ ਜੇ ਡਰਦੇ ਆ, ਸ਼ਸਤਰਾਂ ਕਰਕੇ ਡਰਦੇ ਆ। ਤੇ ਗੁਰੂ ਕਲਗੀਧਰ ਮਹਾਰਾਜ ਨੇ ਜਿੱਥੇ ਸਨਾਤਨੀ ਉਹ ਆਪਣੇ ਹੋਰ ਹੀ ਢੰਗ ਨਾਲ ਦੁਸਹਿਰਾ ਮਨਾਉਂਦੇ ਨੇ, ਮਹਾਰਾਜ ਨੇ ਇਸ ਦਿਨ ਨੂੰ ਦਰਬਾਰ ਖਾਲਸੇ ਦਾ ਨਾਮ ਦੇ ਦਿੱਤਾ। ਕਹਿ ਦਿੱਤਾ ਵੀ ਜਿਤੇ ਸ਼ਸਤਰ ਨਾਮੰ ਨਮਸਕਾਰ ਤਾਮੰ, ਜਿਤੇ ਅਸਤਰ ਭੇਅੰ ਨਮਸਕਾਰ ਤੇਅੰ, ਤੀਰੋ ਤਫੰਗੋ ਬੜੋ ਰਾਮ ਜੰਗੋ, ਤਣਖ ਤਾਰ ਅਣੀਅਰ ਕਮੰਦ ਕੋਰੜਾ, ਪਾਂਚ ਸ਼ਸਤਰ ਪ੍ਰਵਾਨ। ਦਸਵੇਂ ਪਾਤਸ਼ਾਹ ਦੇ ਨਾਲ ਜਿਹੜੇ ਸਿੰਘ ਰਹਿੰਦੇ ਸੀ ਉਹਨਾਂ ਨੂੰ ਹੁਕਮ ਸੀ ਵੀ ਹਰ ਇੱਕ ਸਿੱਖ ਕੋਲ 5 ਸ਼ਸਤਰ ਹੋਣ, ਤਨਖ ਵੀ ਹੋਵੇ, ਕਿਰਪਾਨ ਵੀ ਹੋਵੇ, ਰਾਮ ਜੰਗਾ ਵੀ ਹੋਵੇ। ਇਸ ਤਰ੍ਹਾਂ 5-5 ਸ਼ਸਤਰ ਮਹਾਰਾਜ ਦੇ ਕੋਲ ਰਹਿਣ ਵਾਲੇ ਸਿੰਘਾਂ ਦੇ ਕੋਲ ਸੀ, ਕਿਉਂਕਿ ਹੁਣ ਸ਼ਸਤਰ ਦੇ ਨਾਲ ਹੀ ਯੁੱਧ ਕਰਕੇ ਹੀ ਦੁਸ਼ਟਾਂ ਦਾ ਖਾਤਮਾ ਹੋ ਸਕਦਾ ਸੀ। ਮਹਾਰਾਜ ਸਾਹਿਬ ਜੀ ਨੇ ਕਿਹਾ ਹੈ ਵੀ ਖੰਡ ਬੇਹੰਡੰ ਖਾਲਦਲ ਖੰਡੰ, ਯਾਤਰਾਣ ਮੰਡੰ ਬਾਰ ਭੰਡੰ, ਪੁਜ ਦਾੰਦੇ ਅਖੰਡੰ, ਤੇਜ ਪ੍ਰਚੰਡੰ, ਜੋਤ ਅਮੰਡੰ, ਭਾਨ ਪ੍ਰਭੰ, ਸੁਖ ਸੰਤਾ ਕਰਣੰ, ਦੁਰਮਤ ਦਰਣੰ, ਕਿਲਪਖ ਹਰਣੰ ਅਸਰਣੰ, ਜੈ ਜਗ ਜੈ ਜੈ ਜਗ ਕਾਰਨ, ਸ੍ਰਿਸ਼ਟਿ ਉਬਾਰਣ, ਮਮ ਪ੍ਰਤਪਾਰਣ, ਜੈ ਤੇਗਮ। ਮਹਾਰਾਜ ਤੁਸੀਂ ਇਹ ਸ੍ਰੀ ਸਾਹਿਬ ਕਾਹਦੇ ਵਾਸਤੇ ਰੱਖੀ, ਸ਼ਸਤਰ ਕਿਉਂ ਧਾਰੇ? ਸਾਹਿਬ ਜੀ ਕਹਿੰਦੇ ਦੁਸ਼ਟਾਂ ਦਾ ਨਾਸ਼ ਕਰਨ ਦੇ ਲਈ, ਸੰਤਾਂ ਦੇ ਸਹਾਈ ਹੋਣ ਦੇ ਲਈ, ਤੇ ਜੱਗ ਦੇ ਵਿੱਚ ਧਰਮ ਦੀ ਜੈ ਜੈਕਾਰ ਕਰਨ ਦੇ ਵਾਸਤੇ। ਕਹਿੰਦੇ ਜੈ ਤੇਗੰ, ਇਹ ਤੇਗ ਨੂੰ ਜੈ ਹੈ, ਨਮਸਕਾਰ ਹੈ। ਜੈ ਹੁੰਦਾ ਵੀ ਜਿੱਤ ਕਰਾਉਣ ਵਾਲੀ, ਜੈ ਹੁੰਦਾ ਨਮਸਕਾਰ। ਅਰਦਾਸ ਸਿੱਖ ਆਰੰਭ ਕਰਦਾ ਏ ਉੱਥੇ ਵੀ ਪ੍ਰਥਮ ਭਗਉਤੀ ਸਿਮਰ ਕੈ। ਇੱਥੇ ਵੀ ਸਾਧ ਸੰਗਤ ਭਗਉਤੀ ਅਕਾਲ ਪੁਰਖ ਦਾ ਵਾਚਕ ਵੀ ਹੈ ਤੇ ਭਗਉਤੀ ਸ਼ਸਤਰ ਦਾ ਵੀ ਨਾਮ ਹੈ। ਦਲਾਂ ਪੰਥਾਂ 'ਚ ਸਿੰਘ ਕਿਰਪਾਨ ਨੂੰ ਭਗਉਤੀ ਹੀ ਕਹਿੰਦੇ ਹਨ। ਸੋ ਕਹਿਣ ਤੋਂ ਭਾਵ ਕਿ ਸ਼ਸਤਰ ਜਿਹੜੇ ਨੇ ਇਹਨਾਂ ਨੂੰ ਮਹਾਨਤਾ ਬਖਸ਼ੀ। ਇੱਥੋਂ ਤੀਕ ਮਹਾਰਾਜ ਨੇ ਕਹਿ ਦਿੱਤਾ, ਜਬ ਹਮਰੇ ਦਰਸ਼ਨ ਕੋ ਆਵੋ, ਬਨ ਸੁਚੇਤ ਤਨ ਸ਼ਸਤਰ ਸਜਾਵੋ, ਕਮਰ ਕਸਾ ਕਰ ਦੇਹੋ ਦਿਖਾਈ, ਹਮਰੀ ਖੁਸ਼ੀ ਹੋਏ ਅਧਿਕਾਈ। ਕਹਿੰਦੇ ਜਦੋਂ ਸਾਡੇ ਦਰਸ਼ਨ ਕਰਨ ਆਉਣੇ ਗੁਰਸਿੱਖਾ, ਉਦੋਂ ਸ਼ਸਤਰ ਸਜਾ ਕੇ ਆਇਆ ਕਰ, ਕਮਰ ਕਸਾ ਕਰਕੇ ਸਾਡੇ ਕੋਲ ਆਇਆ ਕਰ। ਇਹਦੇ ਨਾਲ ਕੀ ਹੋਵੇਗਾ? ਕਹਿੰਦੇ ਹਮਰੀ ਖੁਸ਼ੀ ਹੋਏ ਅਧਿਕਾਈ, ਅਸੀਂ ਵੱਧ ਖੁਸ਼ ਹੋਵਾਂਗੇ ਜੇ ਤੂੰ ਸ਼ਸਤਰ ਸਜਾ ਕੇ ਤੇ ਕਮਰ ਕਸਾ ਕਰਕੇ ਸਾਡੇ ਕੋਲ ਆਵੇਂਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਸਤਰ ਧਾਰੀ ਸੂਰਮਿਆਂ ਦੇ ਸਿੰਘਾਂ ਦੇ ਬਹੁਤ ਹੀ ਖੁਸ਼ ਹੁੰਦੇ ਨੇ, ਭਲਾ ਦੇ ਸਾਰਿਆਂ ਦਾ ਹੀ ਕਰਦੇ ਹਨ। ਮਹਾਰਾਜ ਦੇ ਵੇਲੇ ਵੀ ਐਸੀਆਂ ਸੰਗਤਾਂ ਵੀ ਸਨ
ਜਿਹੜੀਆਂ ਸ਼ਸਤਰਧਾਰੀ ਨਹੀਂ ਸਨ ਹੋ ਸਕਦੀਆਂ। ਪਰ ਜ਼ਿਆਦੀ ਖੁਸ਼ੀ ਦੀ ਜੇ ਗੱਲ ਕਰੀਏ ਨਾ, ਜ਼ਿਆਦੀ ਕਿਰਪਾ ਉਹ ਮਹਾਰਾਜ ਸਾਹਿਬ ਸ਼ਸਤਰਧਾਰੀਆਂ 'ਤੇ ਕਰਦੇ ਹਨ। ਉਹ ਮਹਾਰਾਜ ਸੂਰਬੀਰ ਤਿਆਰ ਬਰ ਤਿਆਰ ਯੋਧਿਆਂ 'ਤੇ ਕਰਦੇ ਨੇ। ਦਰਬਾਰ ਖਾਲਸਾ ਮਹਾਰਾਜ ਦੇ ਇਹ ਪਾਵਨ ਜਾਤ ਦੇ ਵਿੱਚ ਸ਼ਸਤਰ ਪੂਜਨ ਦਿਵਸ ਵਜੋਂ ਮਨਾਇਆ ਜਾਂਦਾ। ਆਖਰੀ ਵਾਰ ਹਜ਼ੂਰ ਸਾਹਿਬ ਮਹਾਰਾਜ ਨੇ ਸ਼ਸਤਰ ਪੂਜਨ ਕੀਤਾ ਸੀ। ਇਸੇ ਕਰਕੇ ਸਮੂਹ ਦਲ ਪੰਥ ਦੁਸਹਿਰੇ ਦੇ ਸਮੇਂ 'ਤੇ ਹਜ਼ੂਰ ਸਾਹਿਬ ਜਾਂਦੇ ਨੇ। ਉੱਥੇ ਸਭ ਤੋਂ ਅੱਗੇ ਜੋ ਗੁਰੂ ਸਾਹਿਬ ਦੇ ਨਾਮ ਦਾ ਘੋੜਾ ਹੈ, ਤਖਤ ਸਾਹਿਬ ਤੋਂ ਸਭ ਤੋਂ ਪਹਿਲਾਂ ਉਹ ਦੌੜਾਇਆ ਜਾਂਦਾ। ਮਗਰ ਨਿਸ਼ਾਨ ਸਾਹਿਬ ਲੈ ਕੇ ਸੂਰਮੇ ਦੌੜਦੇ ਹਨ ਤਖਤ ਸਾਹਿਬ ਤੋਂ ਸੱਚਖੰਡ ਤੋਂ। ਉਹ ਤੋਂ ਮਗਰ ਨਗਾਰਚੀ ਨਗਾਰੇ ਵਜਾਉਂਦੇ ਨੇ ਤੇ ਫਿਰ ਮਗਰੋਂ ਸ੍ਰੀ ਸਾਹਿਬਾਂ ਮਿਆਨਾਂ ਦੇ ਵਿੱਚੋਂ ਕੱਢ ਕੇ ਤੇ ਬਹੁਤ ਹੀ ਗਿਣਤੀ ਵਿੱਚ ਹਜ਼ੂਰ ਸਾਹਿਬ ਦੇ ਹਜ਼ਾਰਾਂ ਹੀ ਸਿੱਖ ਨੰਗੀਆਂ ਕਿਰਪਾਨਾਂ ਕੱਢ ਕੇ ਹਵਾ ਵਿੱਚ ਲਹਿਰਾ ਕੇ ਸਤਿ ਸ੍ਰੀ ਅਕਾਲ ਗੁਰਬਰੇ ਅਕਾਲ ਦੇ ਜਕਾਰੇ ਛੱਡਦਿਆਂ ਹੋਇਆਂ, ਸਤਿਗੁਰੂ ਕਲਗੀਧਰ ਮਹਾਰਾਜ ਦੇ ਨਾਮ ਦੇ ਜਕਾਰੇ ਛੱਡਦਿਆਂ ਹੋਇਆਂ ਬੜੀ ਤੇਜ਼ੀ ਨਾਲ ਮਹੱਲਾ ਖੇਡਦੇ ਹਨ। ਤਖਤ ਸਾਹਿਬ ਤੋਂ ਬੜੇ ਜੋਸ਼ ਦੇ ਨਾਲ ਸੂਰਮੇ ਸਾਧ ਸੰਗਤ ਜੰਗੀ ਕਰਤਵਾਂ ਦੇ ਵਾਸਤੇ ਚੜ੍ਹਦੇ ਨੇ ਅੱਜ ਦੇ ਦਿਨ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਆਖਰੀ ਸ਼ਸਤਰ ਪੂਜਨ ਦਿਵਸ ਸਰੀਰ ਕਰਕੇ ਜੋ ਮਨਾਇਆ ਉਹ ਹਜ਼ੂਰ ਸਾਹਿਬ ਦੀ ਧਰਤੀ 'ਤੇ ਮਨਾਇਆ ਸੀ। ਤੇ ਅੱਜ ਵੀ ਉੱਥੇ ਐਂ ਹੀ ਜਾਪਦਾ ਵੀ 10ਵੇਂ ਪਾਤਸ਼ਾਹ ਹਾਜ਼ਰ ਹੀ ਨੇ ਜਦੋਂ ਮਹਾਰਾਜ ਸਾਹਿਬ ਦਾ ਖਾਲਸਾ ਮਹੱਲੇ 'ਤੇ ਚੜ੍ਹਦਾ ਹੈ। ਸੋ ਇਹ ਦਿਹਾੜੇ ਮਨਾਉਣ ਦਾ ਭਾਵ, ਇੱਕ ਤਾਂ ਲੋਕ ਝੂਠੀਆਂ ਕੁਰੀਤੀਆਂ 'ਚ ਫਸੇ, ਰਾਵਣ ਬਣਾ ਕੇ ਅੱਗ ਲਾਉਂਦੇ ਸਾੜਦੇ, ਕੋਈ ਜੀਵਨ ਨੂੰ ਲਾਭ ਨਹੀਂ ਹੈ। ਮਹਾਰਾਜ ਸਾਹਿਬ ਨੇ ਕਿਹਾ ਸਾਡਾ ਸਿੱਖ ਐਸਾ ਨਾ ਕਰੇ। ਤੁਸੀਂ ਕਹਿੰਦੇ ਵੀ ਤਿਆਰ ਬੁਰ ਤਿਆਰ ਹੋ, ਜਿੰਨਾ ਚਿਰ ਤਿਆਰ ਬੁਰ ਤਿਆਰ ਹੋਗੇ ਤੁਹਾਡੇ ਕੇਸਾਂ ਨੂੰ, ਤੁਹਾਡੀ ਦਾੜੀ ਨੂੰ ਕੋਈ ਹੱਥ ਨਹੀਂ ਲਾਊਗਾ। ਜਿੱਦਣ ਤੁਸੀਂ ਸ਼ਸਤਰਾਂ ਦਾ ਪੂਜਨ ਛੱਡ ਦਿੱਤਾ ਫਿਰ ਜੁੱਤੀਆਂ ਦੇ ਵਿੱਚ ਰਲੋਗੇ ਤੇ ਜਿੱਥੇ ਜਿੱਥੇ ਵੀ ਸ਼ਸਤਰਾਂ ਦਾ ਪੂਜਨ, ਸ਼ਸਤਰਾਂ ਦਾ ਧਾਰਨ ਕਰਨਾ ਸਿੱਖਾਂ ਨੇ ਛੱਡਿਆ। ਸਾਧ ਸੰਗਤ ਕੇਸਾਂ ਤੋਂ ਵੀ ਫੜਿਆ, ਅਗਲਿਆਂ ਨੇ ਦਾੜੀਆਂ ਵੀ ਫੁੱਟੀਆਂ, ਪੈਰਾਂ ਦੇ ਠੁੱਡੇ ਵੀ ਮਾਰੇ, ਜੁੱਤੀਆਂ ਵੀ ਵੱਜਦੀਆਂ ਨੇ ਜਿੱਥੇ ਅਸੀਂ ਆਪਣੇ ਪਾਤਸ਼ਾਹ ਦੇ ਬਚਨਾਂ ਤੋਂ ਟੁੱਟੇ ਹਾਂ। ਸੋ ਇਸ ਕਰਕੇ ਦਰਬਾਰ ਖਾਲਸਾ ਦੁਸਹਿਰੇ ਦੇ ਸਮਾਗਮਾਂ ਦੀ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਤੇ ਇਹ ਇਤਿਹਾਸ ਆਪਣਾ ਪੜ੍ਹਿਆ ਕਰੋ, ਸ਼ਸਤਰਧਾਰੀ ਜ਼ਰੂਰ ਹੋਵੋ। ਜਿਸ ਘਰ ਵਿੱਚ ਸ੍ਰੀ ਸਾਹਿਬ ਹੁੰਦੀ ਹੈ ਉੱਥੇ ਮਾੜੀ ਆਤਮਾ ਪ੍ਰਵੇਸ਼ ਨਹੀਂ ਕਰ ਸਕਦੀ। ਜਿਹਦੇ ਗਾਤਰੇ ਸ੍ਰੀ ਸਾਹਿਬ ਹੁੰਦੀ ਹੈ ਉਸ ਪਾਸੇ ਨੂੰ ਕੋਈ ਉਂਗਲ ਨਹੀਂ ਕਰ ਸਕਦਾ। ਜੇ ਕਰੇਗਾ, ਜੇ ਉਸ ਪਾਸੇ ਨੂੰ ਕੋਈ ਓਏ ਕਹੇਗਾ ਤੇ ਫਿਰ ਉਹ ਉਂਗਲ ਹੱਥ ਕੱਟਿਆ ਵੀ ਜਾ ਸਕਦਾ ਹੈ। ਕਿਉਂਕਿ ਮਹਾਰਾਜ ਸਾਹਿਬ ਜੀ ਨੇ ਸਾਨੂੰ ਇਹ ਅਣਖੀ ਜੀਵਨ ਬਖਸ਼ਿਆ ਹੈ। ਸਾਨੂੰ ਮਹਾਰਾਜ ਸਾਹਿਬ ਜੀ ਨੇ ਸਰਦਾਰੀਆਂ ਬਖਸ਼ੀਆਂ ਹਨ। ਜਿਨ ਕੀ ਜਾਤ ਬਰਨ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿਨਹੀ ਕੋ ਸਰਦਾਰ ਬਣਾਉ, ਤਵੇ ਗੋਬਿੰਦ ਸਿੰਘ ਨਾਮ ਕਹਾਉ। ਕਹਿੰਦੇ ਜਿਨ੍ਹਾਂ ਦੀ ਜਾਤ ਵਿੱਚ, ਜਿਨ੍ਹਾਂ ਦੀ ਕੁੱਲ ਵਿੱਚ, ਪਰਿਵਾਰ ਵਿੱਚ, ਖਾਨਦਾਨ ਵਿੱਚ ਕੋਈ ਸਰਦਾਰ ਨਹੀਂ ਸੀ, ਕੱਲੇ ਕੱਲੇ ਸਿੰਘ ਨੂੰ ਮੈਂ ਸਰਦਾਰ ਬਣਾਵਾਂਗਾ। ਤੇ ਹਰ ਇੱਕ ਸਿੱਖ ਦੇ ਨਾਮ ਦੇ ਨਾਲ ਲਿਖਿਆ ਜਾਂਦਾ ਵੀ ਸਰਦਾਰ ਫਲਾਨਾ ਸਿੰਘ। ਇਹ ਸਰਦਾਰੀਆਂ ਮਿਲੀਆਂ ਨੇ, ਇਹਨਾਂ ਨੂੰ ਕਾਇਮ ਵੀ ਰੱਖੋ। ਸਤਿਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਕਿਰਪਾ ਕਰਨਾ। ਸਾਹਿਬਾਂ ਦਾ ਪਾਵਨ ਸ਼ਸਤਰਾਂ ਦੀ ਮਹਿਮਾ ਦੇ ਵਿੱਚ ਪਾਵਨ ਬਚਨ ਹੈ, ਕਾਲ ਤੂਹੀ ਕਾਲੀ ਤੂਹੀ ਤੇਗ ਅਰ ਤੀਰ, ਤੂਹੀ ਨਿਸ਼ਾਨੀ ਜੀਤ ਕੀ, ਆਜ ਤੂਹੀ ਜਗ ਵੀਰ। ਜਿੱਤ ਦੀ ਨਿਸ਼ਾਨੀ ਸਾਧ ਸੰਗਤ ਸ੍ਰੀ ਸਾਹਿਬ ਹੀ ਹੈ। ਸ਼ਸਤਰ ਹੀ ਜਿੱਤ ਦੇਣ ਵਾਲੇ ਨੇ। 315 ਤੋਂ ਵੱਧ ਨਾਮ ਸ਼ਸਤਰਾਂ ਦੇ ਮਹਾਰਾਜ ਨੇ ਸ਼ਸਤਰ ਨਾਮਮਾਲਾ ਦੇ ਵਿੱਚ ਲਿਖੇ ਹੋਏ ਹਨ। ਐਸਾ ਗਰੀਬ ਨਵਾਜ਼ ਗੁਰੂ ਗੋਬਿੰਦ ਸਿੰਘ ਨੂੰ ਸ਼ਸਤਰਾਂ ਦੇ ਨਾਲ ਪ੍ਰੇਮ ਹੈ, ਤਾਈਓ ਤਖਤਾਂ ਦੇ ਉੱਤੇ ਸ਼ਸਤਰ ਸਜਾਏ ਜਾਂਦੇ ਨੇ। ਇਹ ਗੱਲ ਨਹੀਂ ਕੀਤੀ ਜਾਂਦੀ, ਨਾ ਕੋਈ ਕਰਦਾ ਹੈ। ਤਖਤ ਸਾਡੇ ਬਣੇ ਇਸੇ ਕਰਕੇ ਹਨ ਜਿੱਥੇ ਅਸਤਰ ਸ਼ਸਤਰਾਂ ਦਾ ਪੂਜਨ ਹੋਵੇ। ਸ਼ਸਤਰਾਂ ਦੇ ਚੌਰ ਸਾਹਿਬ ਵੀ ਹੁੰਦਾ ਏ, ਨਮਸਕਾਰ ਵੀ ਹੁੰਦੀ ਹੈ। ਬਰਾਬਰ ਦਾ ਮਹਾਰਾਜ ਨੇ ਸ਼ਸਤਰਾਂ ਨੂੰ ਆਪਣੇ ਅਧਿਕਾਰ ਦਿੱਤਾ। ਇੱਥੋਂ ਤੀਕਰ ਵੀ ਸ੍ਰੀ ਸਾਹਿਬ ਨੂੰ ਸਤਿਗੁਰੂ ਸਾਹਿਬ ਨੇ ਕਿਹਾ ਸਾਡੇ ਨਾਲੋਂ ਵੀ ਉੱਚਾ ਰੱਖਣਾ, ਇਹ ਸਾਡੀ ਰਸਨਾ ਹੈ। ਜਦੋਂ ਆਪਾਂ ਭੋਗ ਲਵਾਉਂਦੇ ਹਾਂ ਕਿਰਪਾਨ ਦੇ ਨਾਲ, ਉਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਉਹ ਪ੍ਰਸ਼ਾਦ ਪਹੁੰਚਦਾ ਹੈ। ਅਕਾਲ ਪੁਰਖ ਤੀਕਰ ਉਹ ਵਸਤੂ ਪਹੁੰਚਾਉਣ ਦਾ ਇੱਕੋ ਹੀ ਸਾਧਨ ਹੈ ਸਾਡੇ ਕੋਲ। ਜਿਹੜਾ ਸਿੱਖ ਕੋਈ ਕੜਾਹ ਪ੍ਰਸ਼ਾਦ ਬਣਾਵੇ, ਕੋਈ ਘਰ ਵਿੱਚ ਪ੍ਰਸ਼ਾਦਾ ਬਣਾਵੇ, ਜੇ ਉਹਦੀ ਚਾਹ ਨਾ ਹੋਵੇ ਵੀ ਇਹ ਗੁਰੂ ਨਾਨਕ ਦੇਵ ਨੂੰ ਪਹੁੰਚੇ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਛਕਣ,
ਇਹ ਅਕਾਲ ਪੁਰਖ ਤੀਕਰ ਪਹੁੰਚੇ ਤਾਂ ਉਹਦਾ ਰਾਹ, ਉਹਦਾ ਜਰੀਆ ਇੱਕ ਕਿਰਪਾਨ ਹੀ ਆ ਤੁਹਾਡੇ ਕੋਲ। ਕਿਰਪਾਨ ਦੇ ਨਾਲ ਜਦੋਂ ਤੁਸੀਂ ਅਰਦਾਸ ਕਰਕੇ ਭੋਗ ਲਵਾਉਂਦੇ ਹੋ, ਸਮਝੋ ਵੀ ਉਹ ਗੁਰੂ ਨਾਨਕ ਦੇਵ ਸਾਹਿਬ ਜੀ ਆਪ ਛਕ ਰਹੇ ਨੇ, ਗੁਰੂ ਗੋਬਿੰਦ ਸਿੰਘ ਆਪ ਛਕ ਰਹੇ ਨੇ। ਇਵੇਂ ਸ਼ਸਤਰਾਂ ਦਾ ਅਦਬ ਸਤਿਕਾਰ ਦੇ ਪ੍ਰੇਮ ਮਨ ਵਿੱਚ ਵਸਾਉਂਦਿਆਂ ਹੋਇਆਂ ਗੁਰੂ ਕਲਗੀਧਰ ਮਹਾਰਾਜ ਦੇ ਪਾਵਨ ਇਹਨਾਂ ਦਿਹਾੜਿਆਂ ਦੇ ਉੱਤੇ ਨਮਸਕਾਰ ਕਰਦੇ ਹਾਂ ਸਤਿਗੁਰਾਂ ਨੂੰ। ਆਓ ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ ਦੇ ਵਿੱਚ ਹਾਜ਼ਰੀ ਭਰ ਕੇ ਸਾਹਿਬਾਂ ਦੀਆਂ ਖੁਸ਼ੀਆਂ ਲਈਏ। ਸਾਰੀ ਸੰਗਤ ਰਸਨਾ ਕਰੋ ਪਵਿੱਤਰ, ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕੂਚ ਭੁਪਾਲਾਂ ਤੇ ਕਰਿਓ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਇਤਿਹਾਸ ਦੀ ਕਥਾ ਚੱਲ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ। ਮਹਾਰਾਜ ਸਾਹਿਬ ਜੀ ਦੇ ਜੀਵਨ ਦੇ 36 ਪ੍ਰਸੰਗ ਆਪਾਂ ਹੁਣ ਤੱਕ ਸਰਵਣ ਕਰ ਚੁੱਕੇ ਹਾਂ। 37ਵਾਂ ਪ੍ਰਸੰਗ ਅੱਗੇ ਆਰੰਭ ਹੁੰਦਾ ਹੈ। ਸਾਹਿਬ ਜੀ ਮਾਲਵੇ ਦੀ ਧਰਤੀ ਵਿੱਚ ਗਏ ਨੇ। ਇੱਥੋਂ ਪੂਰਬ ਵੱਲ ਜਾਣਾ ਹੈ ਜਿੱਥੇ ਕਲਗੀਧਰ ਸਾਹਿਬ ਦਾ ਆਗਮਨ ਹੋਣਾ ਹੈ। ਇੱਥੋਂ ਚੱਲਦਿਆਂ ਹੋਇਆਂ ਸਤਿਗੁਰੂ ਸਾਹਿਬ ਕੁਝ ਪਿੰਡਾਂ ਦੇ ਵਿੱਚ, ਕੁਝ ਨਗਰਾਂ ਵਿੱਚ ਉਤਾਰਾ ਕੀਤਾ। ਪੰਦੇਹਰ ਨਗਰ ਗਏ। ਇੱਥੇ ਸਿੱਖ ਨੇ ਪੁੱਛਿਆ ਵੀ ਮਹਾਰਾਜ ਰਾਤ ਰਹਿਣ ਲਈ ਕੋਈ ਥਾਂ ਪੁੱਛਦੇ ਆ। ਇਹਨਾਂ ਮਖੌਲ ਜਿਹਾ ਕੀਤਾ ਵੀ ਜਿਹੜਾ ਬਾਹਰੋਂ ਆਵੇ ਉਹਨੂੰ ਘੁਮਿਆਰਾਂ ਦੇ ਘਰ ਅਸੀਂ ਰੱਖਦੇ ਹੁੰਦੇ, ਜਾਂ ਉੱਥੋਂ ਪੁੱਛ ਲਓ। ਮਹਾਰਾਜ ਮਨਮੁਖ ਜੇ ਜਾਣ ਕੇ ਇੱਥੋਂ ਅੱਗੇ ਚਲੇ ਗਏ। ਅਲੀ ਸ਼ੇਰ ਨਗਰ ਬਾਰ-ਬਾਰ ਉਤਾਰਾ ਕੀਤਾ ਤਾਂ ਪੰਧੇਰਾਂ ਦੇ ਲੋਕਾਂ ਨੂੰ ਪਤਾ ਲੱਗਾ ਵੀ ਇਹਦੇ ਗੁਰੂ ਨਾਨਕ ਸਾਹਿਬ ਦੇ ਨਵੇਂ ਸਰੂਪ ਸ਼ਕਤੀਆਂ ਦੇ ਮਾਲਕ ਨੇ, ਇਹਨਾਂ ਦਾ ਵਾਰਸ ਰਾਵ ਸਫਲਾ ਹੁੰਦਾ। ਇਹ ਨਾ ਹੋਵੇ ਵੀ ਆਪਣਾ ਕੋਈ ਨੁਕਸਾਨ ਹੀ ਕਰਦੇ ਹੋਣ। ਇਹ ਡਰਦੇ ਹੋਏ ਕਹਿੰਦੇ ਵੀ ਚਲੋ ਫਿਰ ਦਰਸ਼ਨ ਕਰ ਹੀ ਆਈਏ, ਨੇੜੇ ਹੀ ਹੈ ਹਾਲਨਾ। ਇੱਕ ਨੇ ਕਿਹਾ ਵੀ ਉਹਨਾਂ ਨੂੰ ਆਪਾਂ ਕੀ ਭੇਟਾ ਦੇਵਾਂਗੇ ਦਰਸ਼ਨ ਕਰਨ ਵਾਸਤੇ। ਤੇ ਉਹਨਾਂ ਵਿੱਚੋਂ ਹੀ ਇੱਕ ਕਹਿਣ ਲੱਗਾ ਵੀ ਮੈਨੂੰ ਪਤਾ ਲੱਗਾ ਹੈ ਵੀ ਉਹ ਇੱਕ ਕਹਿੰਦੇ ਵੀ ਧਨ ਦੀ ਥੈਲੀ ਦੇਈਦੀ ਆ ਉਹਨਾਂ ਨੂੰ ਟਕਿਆਂ ਦੀ, ਤੇ ਨਾਲ ਕੋਈ ਰੋੜੀ ਗੁੜ ਦੀ ਦਵੇ ਫੇਰ ਦਰਸ਼ਨ ਦਿੰਦੇ ਆ। ਉਹਨੇ ਇਦਾਂ ਹੀ ਆਪਣੇ ਕੋਲ ਬਣਾ ਕੇ ਕਹਿ ਤਾ। ਚੱਲ ਪਏ ਇਕੱਠੇ ਹੋ ਕੇ। ਰਾਹ ਵਿੱਚ ਆਉਂਦਿਆਂ ਕੋਈ ਮਹਾਰਾਜ ਸਾਹਿਬ ਦੇ ਦਰਸ਼ਨ ਕਰਕੇ ਆ ਰਿਹਾ ਸੀ। ਉਹਨੂੰ ਕਹਿੰਦੇ ਵੀ ਤੂੰ ਕਿੱਧਰੋਂ ਆਇਆ? ਕਹਿੰਦਾ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਕੇ। ਇਹ ਪੰਧੇਰ ਨਗਰ ਦੇ ਲੋਕ ਪੁੱਛਣ ਲੱਗੇ ਵੀ ਕਿੰਨੇ ਪੈਸੇ ਦਿੱਤੇ ਸਨ ਫੇਰ ਦਰਸ਼ਨ ਕਰਨ ਲਈ? ਉਹ ਕਹਿੰਦਾ ਵੀ ਪੈਸਿਆਂ ਦੀ ਤਾਂ ਕੋਈ ਗੱਲ ਹੀ ਨਹੀਂ, ਉਹ ਤਾਂ ਮਹਾਰਾਜ ਬੈਠੇ ਆ ਸਿੰਘਾਸਣ ਤੇ, ਕੋਈ ਆ ਰਿਹਾ ਦਰਸ਼ਨ ਕਰ ਰਿਹਾ, ਕੋਈ ਭੇਟਾ ਦੇ ਰਿਹਾ, ਕੋਈ ਨਹੀਂ ਦੇ ਰਿਹਾ। ਮਹਾਰਾਜ ਸਾਰਿਆਂ ਦੇ ਬਖਸ਼ਾਂ ਕਰਦੇ ਨੇ। ਮੈਂ ਵੀ ਕੁਝ ਵੀ ਦੇ ਕੇ ਨਹੀਂ ਆਇਆ। ਮੇਰੇ ਵਰਗੇ ਕਈ ਆਉਂਦੇ ਜਿਹੜੇ ਕੁਝ ਨਹੀਂ ਲਿਆਉਂਦੇ, ਭਾਵਨਾ ਨਾਲ ਦਰਸ਼ਨ ਕਰਦੇ ਨੇ। ਤੇ ਮਹਾਰਾਜ ਸਾਹਿਬ ਖੁਸ਼ ਹੁੰਦੇ ਨੇ ਜੇ ਕੋਈ ਪ੍ਰਸ਼ਾਦ ਲੈ ਆਵੇ ਤੇ ਉੱਥੇ ਹੀ ਵੰਡ ਵਰਤ ਦਿੰਦੇ ਹਨ। ਇਹ ਸੁਣ ਕੇ ਜਿਹੜੇ ਪੰਧੇਰ ਦੇ ਸਨ ਇਹ ਬੜੇ ਖੁਸ਼ ਹੋਏ। ਉੱਥੇ ਹੀ ਬਹਿ ਗਏ। ਕਹਿੰਦੇ ਆ ਗੁੜ ਦੀ ਜਿਹੜੀ ਰੋੜੀ ਆਪਾਂ ਇੱਥੇ ਹੀ ਕਹਿੰਦੇ ਬਹਿ ਕੇ ਵੰਡ ਕੇ ਬਰਾਬਰ ਖਾ ਲਈਏ। ਇਹ ਸਤਿਗੁਰੂ ਦੇ ਕਹਿੰਦੇ ਉੱਦਾਂ ਹੀ ਦਰਸ਼ਨ ਦੇਈ ਦਿੰਦੇ ਆ। ਉੱਥੇ ਪਤਾ ਨਹੀਂ ਸਾਨੂੰ ਹਿੱਸਾ ਮਿਲੇ ਸਾਡਾ ਜਾਂ ਨਾ ਮਿਲੇ। ਇਹਨਾਂ ਉੱਥੇ ਹੀ ਬਹਿ ਕੇ ਨਾ ਇੱਕ ਪਾਸੇ ਰਾਜ ਲਾਲਚ ਕਰਕੇ ਉਹ ਮਠਿਆਈ ਦਾ ਉਹ ਰੋੜੀ ਭੰਨ ਤੋੜ ਕੇ ਸਾਰੀ ਆਪਸ ਵਿੱਚ ਖਾ ਪੀ ਗਏ। ਫਿਰ ਕਹਿੰਦੇ ਵੀ ਆ ਧਨ, ਕਹਿੰਦੇ ਧਨ ਵੀ ਨਾਲ ਨਾ ਲੈ ਕੇ ਜਾਈਏ, ਇਹ ਨਾ ਹੋਵੇ ਵੀ ਗੁਰੂ ਤੇਗ ਬਹਾਦਰ ਸਾਹਿਬ ਮੰਗ ਕੇ ਲੈ ਲੈਣ। ਇਹ ਵੀ ਕਹਿੰਦੇ ਇੱਥੇ ਟੋਆ ਜਾਂ ਪੱਟੋ ਤੇ ਨੱਪ ਦਿਓ। ਟੋਆ ਪੱਟ ਕੇ ਦੱਬ ਗਏ। ਮਹਾਰਾਜ ਸਾਹਿਬ ਕੋਲ ਇੱਦਾਂ ਹੀ ਆ ਗਏ। ਇਹ ਨਾਵੇਂ ਪਾਤਸ਼ਾਹ ਦੇ ਕੋਲ ਬੈਠੇ ਆਪਸ ਵਿੱਚ ਗੱਲਾਂ ਕਰਦੇ ਉੱਚੀ ਉੱਚੀ ਮਹਾਰਾਜ ਨੂੰ ਸੁਣਾਉਣ ਲਈ ਕਹਿਣ ਵੀ ਵੇਖੋ ਐਵੇਂ ਹੀ ਝੂਠ ਹੀ ਬੋਲਦਾ ਸੀ ਕੋਈ ਵੀ ਮਹਾਰਾਜ ਪੈਸੇ ਲੈ ਕੇ ਦਰਸ਼ਨ ਦਿੰਦੇ ਆ। ਇੱਥੇ ਤਾਂ ਗੱਲ ਹੀ ਕੋਈ ਨਹੀਂ। ਅਮੋਲਕ ਦਰਸ਼ਨ ਸਾਨੂੰ ਵੇਖੋ ਬਿਨਾਂ ਕਿਸੇ ਭੇਟਾ ਤੋਂ ਹੀ ਮਿਲ ਗਏ ਆ। ਮਾਫੀ ਨਹੀਂ ਮੰਗੀ ਮਹਾਰਾਜ ਕੋ ਵੀ ਅਸੀਂ ਤੁਹਾਨੂੰ ਰਾਤ ਰੱਖ ਕੇ ਸੇਵਾ ਨਹੀਂ ਕੀਤੀ, ਨਾ ਹੋਰ ਕੋਈ ਭਜਨ ਕਿਹਾ। ਬਿਨਾਂ ਭਜਨ ਕੀਤਿਆਂ ਕੁਝ ਸਮਾਂ ਬਹਿ ਕੇ ਪੰਧੇਰਾਂ ਦੇ ਲੋਕ ਇਹ ਵਾਪਸ ਆ ਗਏ। ਜਿੱਥੇ ਪੈਸੇ ਦੱਬੇ ਸਨ ਉੱਥੇ ਆ ਕੇ ਪੱਟ ਕੇ ਵੇਖਿਆ ਤਾਂ ਪਹਿਲਾਂ ਹੀ ਕੋਈ ਪੁੱਟ ਕੇ ਲੈ ਗਿਆ। ਫਿਰ ਇੱਕ ਦੂਸਰੇ ਨਾਲ ਤੂੰ ਮੈਂ ਕਰਨ ਲੱਗ ਪਏ ਵੀ ਤੂੰ ਪਟਾ ਦੇ ਹੋਣੇ, ਤੂੰ ਆਪਣਾ ਕੋਈ ਬੰਦਾ ਛੱਡ ਗਿਆ ਹੋਣਾ। ਉਹ ਗੱਲ ਨੂੰ ਪੈ ਗਏ। ਗੱਲ ਤੋਂ ਗਾਂ ਫਿਰ ਗਾਲ ਮੰਦਾ ਕਰਦੇ ਆ। ਡਾਂਗ ਸੋਟਾ ਖੜਕਿਆ, ਗੰਡਾਸੇ ਸਾਰੇ ਹੀ ਇੱਥੇ ਲੜ ਕੇ ਮਰ ਗਏ ਬੇਮੁਖ ਹੋ ਕੇ ਮਹਾਰਾਜ ਸਾਹਿਬ ਤੋਂ ਧਨ ਦੇ ਕਾਰਨ। ਧਨ ਦਾ ਲਾਲਚ ਕਰ ਲਿਆ, ਘਰੋਂ ਲੈ ਆਏ ਪਰ ਰਾਹ ਹੀ ਦੱਬ ਗਏ। ਆਉਂਦੇ ਆ ਉਹੀ ਇਹਨਾਂ ਦੀ ਮੌਤ ਦਾ ਕਾਰਨ ਬਣ ਗਿਆ।
ਫਿਰ ਉਧਰ ਅਲੀ ਸ਼ੇਰ ਪਿੰਡ ਮਾਲਵੇ ਚ ਉੱਥੇ ਜਿੱਥੇ ਉਤਰੇ ਸਨ, ਉਹ ਪਿੰਡ ਵਾਲੇ ਕਹਿਣ ਲੱਗੇ ਵੀ ਚਲੋ ਗੁਰੂ ਤੇਗ ਬਹਾਦਰ ਸਾਹਿਬ ਆਏ ਨੇ, ਆਪਾਂ ਵੀ ਦਰਸ਼ਨ ਕਰ ਆਈਏ। ਉਹ ਪੰਧੇਰਾਂ ਦੇ ਵੇਖੋ ਦੂਰੋਂ ਆ ਕੇ ਕਹਿੰਦੇ ਦਰਸ਼ਨ ਕਰ ਗਏ ਫਲਾਣੇ ਪਿੰਡ ਦੇ। ਇਹ ਇਕੱਠੇ ਹੋ ਕੇ ਕਹਿੰਦੇ ਦਰਸ਼ਨ ਤਾਂ ਕਰਦੇ ਆ, ਵੀ ਇਹ ਦੱਸੋ ਵੀ ਆਪਾਂ ਪਹਿਲਾਂ ਲੈ ਕੇ ਕੀ ਜਾਣਾ ਮਹਾਰਾਜ ਕੋਲ, ਤੇ ਪੰਧੇਰਾਂ ਵਾਲੇ ਕੀ ਲੈ ਕੇ ਦੇ ਕੇ ਗਏ ਆ ਉਹ ਪਤਾ ਕਰੋ, ਆਪਾਂ ਉਹਨਾਂ ਤੋਂ ਘੱਟ ਨਹੀਂ ਹੈ ਕੋਈ। ਉਹ ਕਿਸੇ ਨੇ ਦੱਸਿਆ ਵੀ ਉਹ ਤਾਂ ਮੈਂ ਵੇਖਿਆ ਖਾਲੀ ਹੱਥ ਹੀ ਮੱਥਾ ਟੇਕ ਕੇ, ਉਹ ਤਾਂ ਕੁਝ ਵੀ ਨਹੀਂ ਲੈ ਕੇ ਆਏ। ਤਾਂ ਫਿਰ ਉਹ ਅਲੀ ਸ਼ੇਰ ਪਿੰਡ ਦੇ ਲੋਕਾਂ 'ਚੋਂ ਇੱਕ ਮਨੋਂ ਕਹਿੰਦਾ ਫਿਰ ਆਪਾਂ ਘਾਟੇ ਆ, ਜੇ ਉਹ ਬਿਨਾਂ ਪੈਸੇ ਦੇ ਕੇ ਦਰਸ਼ਨ ਕਰਕੇ ਗਏ ਆਪਾਂ ਵੀ ਇਦਾਂ ਹੀ ਕਰਾਂਗੇ। ਇਹ ਵੀ ਮਹਾਰਾਜ ਸਾਹਿਬ ਕੋ ਆਏ, ਇਦਾਂ ਹੀ ਦਰਸ਼ਨ ਕਰਕੇ, ਨਾ ਕੋਈ ਬਚਨ ਕਿਹਾ, ਨਾ ਆਪਣੇ ਭਲੇ ਦੀ ਕੋਈ ਸਿੱਖਿਆ ਪੁੱਛੀ, ਤੇ ਵਾਪਸ ਇਦਾਂ ਹੀ ਬੇਮੁਖ ਜਿਹੇ ਹੋ ਕੇ ਘਰਾਂ ਨੂੰ ਚਲੇ ਗਏ। ਇੱਥੋਂ ਮਹਾਰਾਜ ਅੱਗੇ ਜੋਗੇ ਪਿੰਡ ਗਏ। ਜੋਗੇਵਾਲ ਜਦੋਂ ਸਤਿਗੁਰੂ ਪਹੁੰਚੇ 2 ਘੜੀਆਂ ਬਤੀਤ ਹੋਈਆਂ, ਪਸ਼ੂ ਡੰਗਰ ਮਹਾਰਾਜ ਦੇ ਭੁੱਖੇ ਸਨ। ਸਿੱਖਾਂ ਨੂੰ ਕਹਿੰਦੇ ਵੀ ਆ ਪਿੰਡ ਵਾਲਾ ਕੋਈ ਹੈ ਇੱਥੇ ਜਾਂ ਇੱਥੇ ਸਾਰੇ ਸੁਣ ਜੀ ਪਈ ਹੈ, ਕੋਈ ਬਾਹਰ ਨੂੰ ਆਉਂਦਾ ਜਾਂਦਾ ਨਹੀਂ, ਨਾ ਇਹ ਕੁਝ ਲੈ ਕੇ ਆਇਆ ਮਾਲ ਡੰਗਰ ਲਈ ਵੀ ਬਾਹਰੋਂ ਆਏ ਹੈ, ਤੇ ਨਾ ਆਪਾਂ ਕਿਸੇ ਕੋਲ ਕੋਈ ਘਾਹ ਪੱਠਾ ਮੰਗਾਇਆ ਹੈ। ਚਲੋ ਇੱਥੇ ਨਹੀਂ ਆਪਾਂ ਰਹਾਂਗੇ, ਅੱਗੇ ਚੱਲਦੇ ਹਾਂ, ਰਾਤ ਕੱਟਣੀ ਔਖੀ ਹੋਵੇਗੀ। ਐਵੇਂ ਸਤਿਗੁਰੂ ਸਾਹਿਬ ਜੀ ਨੂੰ ਇਹ ਜੋਗੇ ਪਿੰਡ ਦੇ ਲੋਕਾਂ ਵੀ ਪੁੱਛਿਆ ਨਹੀਂ। ਬਾਹਰੋਂ ਆਏ ਦੀ ਸੇਵਾ ਭਾਵਨਾ ਦੀ ਮਰਿਆਦਾ ਤਾਈਓ ਸਤਿਗੁਰਾਂ ਚਲਾਈ ਵੀ ਲੋੜਵੰਦ ਕੋਈ ਰਾਹੀ, ਕੋਈ ਯਾਤਰੂ, ਕੋਈ ਵਿਦੇਸ਼ੀ, ਕੋਈ ਪ੍ਰਦੇਸੀ ਆਵੇ ਤਾਂ ਗੁਰਸਿੱਖ ਉਹਨੂੰ ਚਾਅ ਨਾਲ ਮਿਲੇ, ਉਹਦੀ ਭਾਵਨਾ ਨਾਲ ਸੇਵਾ ਕਰੇ, ਉਹਨੂੰ ਖੁਸ਼ ਹੋ ਕੇ ਮਿਲੋ, ਬਚਨ ਕਰੋ, ਕੋਈ ਪ੍ਰਸ਼ਾਦਾ ਛਕਾਓ, ਕੋਈ ਜੇ ਲੋੜ ਹੈ ਤਾਂ ਰਹਿਣ ਵਾਸਤੇ ਥਾਂ ਦਿਓ। ਇਹ ਸਿੱਖ ਦਾ ਕਰਮ ਹੈ। ਪਰ ਬਹੁਤੇ ਅਸੀਂ ਇਹਨਾਂ ਗੱਲਾਂ ਤੋਂ ਬੇਮੁਖ ਜਿਹੇ ਹੋਏ ਪਏ ਹਾਂ। ਜੇ ਅਸੀਂ ਇਹ ਵਚਨ ਨਹੀਂ ਮੰਨਦੇ ਫਿਰ ਗੁਰੂ ਸਾਹਿਬ ਦੀ ਖੁਸ਼ੀ ਵੀ ਕੀ ਹੈ। ਹੁਣ ਆ ਕਥਾ ਹੀ ਬਣ ਗਈ ਨਾ, ਉਹਨਾਂ ਪਿੰਡਾਂ ਦੇ ਲੋਕ ਹੁਣ ਕਿੰਨੇ ਸ਼ਰਮਿੰਦੇ ਹੁੰਦੇ ਹੋਣਗੇ ਵੀ ਸਾਡੇ ਵੱਡਿਆਂ ਨੇ ਮਹਾਰਾਜ ਸਾਹਿਬ ਦੀ ਸੇਵਾ ਹੀ ਨਹੀਂ ਕੀਤੀ। ਐਵੇਂ ਜਦੋਂ ਕਦੇ ਆਪਾਂ ਜਾਈਏ ਆਈਏ, ਜੇ ਗੁਰੂ ਘਰ ਦੀ ਗੱਲ ਹੈ, ਕਦੇ ਕਿਸੇ ਨਗਰ ਦੀ, ਕਿਤੇ ਵੀ ਜੇ ਕੋਈ ਆਏ ਗਏ ਨੂੰ ਪੁੱਛੇ ਨਾ, ਕਿਸੇ ਨੂੰ ਕੋਈ ਲੋੜਵੰਦ ਨੂੰ ਕੋਈ ਰਹਿਣ ਨੂੰ ਥਾਂ ਨਾ ਮਿਲੇ, ਛਕਣ ਨੂੰ, ਉਹ ਵੀ ਤਾਂ 100 ਬੰਦੇ ਨੂੰ ਦੱਸਦਾ ਹੀ ਹੈ ਨਾ ਜਾ ਕੇ ਅੱਗੇ, ਕਿੰਨੀ ਬਦਨਾਮੀ ਹੀ ਹੁੰਦੀ ਆ। ਇਸ ਕਰਕੇ ਸਿੱਖ ਦਾ ਫਰਜ਼ ਹੈ ਵੀ ਸੇਵਾ ਭਾਵਨਾ ਨਾਲ ਕਰ ਹੀ ਦੇਣੀ ਚਾਹੀਦੀ। ਆਏ ਗਏ ਨੂੰ ਕਹਿੰਦੇ ਵੀ ਲੋੜਵੰਦ ਨੂੰ ਤਾਂ ਚਾਅ ਦੇ ਨਾਲ ਮਿਲ ਕੇ ਉਹਦੀ ਮਦਦ ਕਰੇ। ਇਹ ਸਿੱਖੀ ਹੈ ਗੁਰੂ ਨਾਨਕ ਸਾਹਿਬ ਜੀ ਦੀ। ਇਵੇਂ ਜੋਗੇਵਾਲ ਤੋਂ ਵੀ ਮਹਾਰਾਜ ਚੱਲ ਕੇ ਅੱਗੇ ਹੋਰ ਨਗਰ ਫਿਰ ਪਹੁੰਚੇ ਹਨ। ਜਿਵੇਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਚੱਲਦਿਆਂ ਹੋਇਆਂ ਰਾਹ ਦੇ ਵਿੱਚ ਇਹਨਾਂ ਨੂੰ ਜੋਗੇਵਾਲ ਪਿੰਡ ਵਸਾਉਣ ਵਾਲਾ ਜਿਹੜਾ ਜੁਗਰਾਜ ਆ ਉਹਦਾ ਪਿਓ ਵੀ ਮਿਲਿਆ ਸੀ। ਉਹ ਕਹਿੰਦਾ ਮਹਾਰਾਜ ਇੱਥੇ ਨੇੜੇ ਹੀ ਇੱਕ ਨਗਰ ਹੈ, ਆਪ ਕਿਰਪਾ ਕਰਕੇ ਉੱਥੇ ਵਸੋ। ਪਾਤਸ਼ਾਹ ਕਹਿੰਦੇ ਨਹੀਂ ਭਈ ਅਸੀਂ ਤਾਂ ਹੁਣ ਅੱਗੇ ਹੀ ਜਾਵਾਂਗੇ, ਤੁਸੀਂ ਆਪਣਾ ਪਿੰਡ ਵਸਾਓ, ਪੁੱਛਿਓ ਨਾ ਕਿਸੇ ਨੂੰ ਪਾਣੀ ਧਾਣੀ ਹੋ, ਪਰ ਪਿੰਡ ਹੋਰ ਵੱਡਾ ਬਣਾਓ, ਘਰ ਬਣਾਓ, ਚੰਗਾ ਵਸਾਓ ਤੁਸੀਂ, ਪਰ ਮਦਦ ਨਾ ਕਿਸੇ ਦੀ ਕਰੇ। ਇੱਦਾਂ ਦਾ ਇਹਨਾਂ ਨੂੰ ਉਲਾਂਭਾ ਜਿਹਾ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਫਿਰ ਪਾਤਸ਼ਾਹ ਇੱਥੋਂ ਚੱਲਦਿਆਂ ਹੋਇਆਂ ਜਿਵੇਂ ਅੱਗੇ ਪਹੁੰਚੇ ਹਨ ਪੰਧੇਰ ਨਗਰ ਤੋਂ ਹੋਰ ਨਗਰਾਂ ਦੇ ਵਿੱਚ ਮਹਾਰਾਜ ਜਾਂਦੇ ਨੇ। ਕੂਚ ਭੁਪਾਲਾਂ ਤੇ ਕਰਿਓ। ਜੋਗੇ ਨਗਰ ਜਦੋਂ ਕਿਸੇ ਨੇ ਪੁੱਛਿਆ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਇੱਥੋਂ ਤੀਕ ਕੱਲ ਸਾਖੀ ਸੁਣੀ ਸੀ, ਇਹ ਤੋਂ ਅੱਗੇ ਫਿਰ ਮਹਾਰਾਜ ਭੁਪਾਲ ਨਗਰ ਹੈ। ਛੋਟੇ ਵੱਡੇ ਭੁਪਾਲ ਨੇ 2। ਵੱਡੇ ਭੁਪਾਲ ਨਗਰ ਵਿੱਚ ਮਹਾਰਾਜ ਨੇ ਰਾਤ ਦਾ ਸਮਾਂ ਬਤੀਤ ਕੀਤਾ, ਤੇ ਰਾਤ ਦਾ ਸਮਾਂ ਉੱਥੇ ਬਤੀਤ ਕਰਕੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਫਿਰ ਉਥੋਂ ਕੂਚ ਕਰਕੇ ਅੱਗੇ ਨੂੰ ਚਲੇ ਗਏ। ਤੇਗ ਬਹਾਦਰ ਰਾਏ ਜੋ ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਰਾਏ ਰਾਜਾ ਰੂਪ ਵਾਹਿਗੁਰੂ ਦਾ ਪ੍ਰਕਾਸ਼ ਰੂਪ ਹਨ। ਆਇਓ ਖੀਵਾ ਗ੍ਰਾਮ ਪੁੰਨ। ਇਥੋਂ ਤੁਰਦਿਆਂ ਹੋਇਆ ਮਹਾਰਾਜ ਪਹੁੰਚੇ ਮਾਲਵੇ ਦੇ ਵਿੱਚ ਖੀਵੇ ਪਿੰਡ ਦੇ ਵਿੱਚ। ਉਤਰੇ ਸਹਿਜ ਸੁਭਾਏ। ਤੇ ਸੋਹਣੀ ਥਾਂ ਵੇਖ ਕੇ ਸੁਤੇ ਸੇਧੀ ਮਹਾਰਾਜ ਕਹਿੰਦੇ ਵੀ ਇੱਥੇ ਕੁਝ ਸਮਾਂ ਵਿਸ਼ਰਾਮ ਕਰਦੇ ਆ, ਉਤਾਰਾ ਕਰੋ। ਚੌਪਈ ਗ੍ਰਾਮ ਵਿਸਾਲ ਬਸਤ ਸੋਆ ਹੈ। ਇਹ ਖੀਵਾ ਨਗਰ ਮਾਲਵੇ ਦੇ ਵਿੱਚ ਦਮਦਮਾ ਸਾਹਿਬ ਨੂੰ ਜਾਂਦੇ ਆ, ਇਧਰੋਂ ਰਾਹ 'ਚ ਹੀ ਆਉਂਦਾ ਹੈ। ਜਦੋਂ ਕੋਈ ਪਟਿਆਲੇ ਵੱਲੋਂ ਜਾਵੇ ਤੇ ਮਹਾਰਾਜ ਸਾਹਿਬ ਜੀ ਬਹੁਤ ਵੱਡਾ ਨਗਰ ਵਸਦਾ ਵੇਖ ਕੇ ਵੀ ਇੱਥੇ ਕੁਝ ਸਮਾਂ ਆਪਾਂ ਟਿਕਦੇ ਹਾਂ। ਸਿੰਗਾਰਾ ਇੱਕ ਤਹਿ ਰਹਿ। ਇੱਥੇ ਪਾਤਸ਼ਾਹ ਦੇ ਤੰਬੂ ਸੱਜ ਗਏ, ਲੰਗਰ ਵਾਸਤੇ ਲੋਹਾ ਚੁੱਲ੍ਹੇ ਇੱਥੇ ਸਿੱਖਾਂ ਨੇ ਪੁੱਟ ਲਏ, ਸਭ ਡੇਰਾ ਲੱਗ ਗਿਆ।
ਨਗਰ ਦੇ ਵਿੱਚ ਇੱਕ ਸਿੰਘਾ ਨਾਮ ਦਾ ਰਾਹਕ ਜ਼ਿਮੀਂਦਾਰ ਰਹਿੰਦਾ ਹੈ। ਸਹਿਜ ਸੁਭਾਇਕ ਸੋ ਚਲ ਆਵੈ। ਹੋਰ ਤਾਂ ਪਿੰਡ ਦਾ ਕੋਈ ਬਹੁਤਾ ਸ਼ਰਧਾ ਰੱਖ ਕੇ ਆਇਆ ਨਹੀਂ ਇਸ ਖੀਵੇ ਪਿੰਡ ਵਿੱਚੋਂ, ਪਰ ਇਹ ਸਿੰਘਾ ਰਾਹਕ ਜਿਹੜਾ ਹੈ ਨਾ, ਇਹ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਜਿੱਥੇ ਬਰਾਜੇ ਨੇ, ਸਹਿਜ ਸੁਭਾਈ ਉਸ ਪਾਸੇ ਨੂੰ ਚੱਲ ਕੇ ਆ ਗਿਆ। ਦੋਇ ਤ੍ਰੈ ਘਟਕਾ ਬੈਠ ਸਿਧਾਵੈ। ਦੇ ਪਹਿਲੇ ਦਿਨ ਕਦੋਂ ਆਇਆ, ਦਰਸ਼ਨ ਕੀਤੇ ਮਹਾਰਾਜ ਦੇ, 2-3 ਘੜੀਆਂ ਬੈਠ ਕਰਕੇ ਫਿਰ ਘਰ ਨੂੰ ਵਾਪਸ ਚਲੇ ਗਿਆ। ਇੱਕ ਦਿਨ ਬਹੁ ਬੈਠਿਓ ਜਬ ਆਈ। ਬਸ ਫੇਰ ਕੀ, ਜਿੰਨੇ ਦਿਨ ਨਾਵੇਂ ਪਾਤਸ਼ਾਹ ਜੀ ਖੀਵੇ ਨਗਰ ਵਿੱਚ ਰਹੇ, ਸਿੰਘਾ ਨਾਮ ਦਾ ਜਿਹੜਾ ਰਾਹਕ ਜ਼ਿਮੀਂਦਾਰ ਹੈ ਰੋਜ਼ ਹੀ ਆਉਂਦਾ ਹੈ। 2-3 ਘੜੀਆਂ ਤਾਂ ਜ਼ਰੂਰ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਬੈਠਦਾ, ਤੇ 2-3 ਘੜੀਆਂ ਬੈਠ ਕੇ ਫਿਰ ਆਪਣੇ ਕਾਰ ਵਿਹਾਰ ਨੂੰ ਚਲਿਆ ਜਾਂਦਾ। ਕਹਿੰਦੇ ਇੱਕ ਦਿਨ ਦੀ ਗੱਲ ਹੈ ਵੀ ਆਇਆ ਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਉਸੇ ਤਰ੍ਹਾਂ ਹੀ, ਤੁਰਤ ਚਲੇ ਉਠ ਕੇ ਪਿਛਵਾਈ। ਪਰ ਮਹਾਰਾਜ ਨੂੰ ਮੱਥਾ ਟੇਕਿਆ ਤੇ ਮੱਥਾ ਟੇਕ ਕੇ ਬੈਠਾ ਛਿਨ ਦੋ ਛਿਨ, ਤੇ ਉਸੇ ਵੇਲੇ ਉੱਠ ਕੇ ਪਿਛਾਂਹ ਨੂੰ ਚਲਾ ਗਿਆ। ਬੁਝਿਓ ਗੁਰ ਕਿਉਂ ਤੁਰੰਤ ਸਿਧਾਰਾ। ਜਦੋਂ ਉੱਠ ਕੇ ਜਾਣ ਲੱਗਾ ਆਗਿਆ ਲੈ ਕੇ ਵੀ ਮਹਾਰਾਜ ਮੈਂ ਜਾਣਾ, ਤਾਂ ਨਾਵੇਂ ਪਾਤਸ਼ਾਹ ਨੇ ਪੁੱਛਿਆ ਵੀ ਤੂੰ ਅੱਜ ਇੰਨੀ ਛੇਤੀ ਇੰਨੀ ਕਾਹਲੀ ਕਿਉਂ ਕੀਤੀ ਹੈ ਜਾਣ ਵਾਸਤੇ। ਆਜ ਕੌਣ ਅਸ ਭਾਉਣ ਮਝਾਰਾ। ਮਹਾਰਾਜ ਕਹਿੰਦੇ ਅੱਜ ਇਹੋ ਜਿਹਾ ਕਿਹੜਾ ਭਾਈ ਸਿੰਘੇ ਤੈਨੂੰ ਘਰ ਵਿੱਚ ਕੰਮ ਪੈ ਗਿਆ ਵੀ ਅੱਗੇ ਤੂੰ ਆਉਣਾ 2-3 ਘੜੀਆਂ ਬਹਿਣਾ ਸਾਡੇ ਕੋਲ। ਅੱਜ ਨਾਵੇਂ ਪਾਤਸ਼ਾਹ ਕਹਿੰਦੇ ਬੜੀ ਛੇਤੀ ਹੀ ਹੱਥ ਲਾ ਕੇ ਭੱਜਣ ਵਾਲੀ ਗੱਲ ਕੀਤੀ ਆ। ਇਹੋ ਜਿਹਾ ਕਿਹੜਾ ਤੇਰਾ ਕੰਮ ਪਿੱਛੇ ਘਰ ਵਿੱਚ ਅੜਿਆ ਪਿਆ ਹੈ। ਸਿੰਘਾ ਕਹੈ ਨ ਕਾਰਜ ਕੋਈ। ਉਹ ਸਿੰਘਾ ਜ਼ਿਮੀਂਦਾਰ ਕਹਿੰਦਾ ਹੱਥ ਜੋੜ ਕੇ ਮਹਾਰਾਜ ਕੰਮ ਕੁਮ ਤਾਂ ਹੈ ਕੋਈ ਨਹੀਂ ਘਰ ਵਿੱਚ, ਨਾ ਬਾਹਰ ਖੇਤਾਂ 'ਚ। ਇਕ ਤੇ ਸਦਨ ਸਗਾਈ ਹੋਈ। ਬਸ ਕਾਹਲੀ ਮੈਂ ਅੱਜ ਤਾਂ ਕੀਤੀ ਆ ਵੀ ਆ ਸਾਡੇ ਖੀਵੇ ਪਿੰਡ ਦੇ ਵਿੱਚ ਹੀ ਇੱਕ ਕਿਸੇ ਦੇ ਘਰ ਦੇ ਵਿੱਚ ਸਗਾਈ ਮੰਗਣਾ ਜਿਹਾ ਹੋ ਰਿਹਾ ਉਹਨਾਂ ਦੇ ਬੱਚਿਆਂ ਦਾ। ਬਾਟਨ ਹੈ ਸਭ ਕੋ ਮਿਸ਼ਟਾਨ। ਤੇ ਪਾਤਸ਼ਾਹ ਜੀ ਉੱਥੇ ਸਾਰਿਆਂ ਨੂੰ ਮਿਸ਼ਠਾਨ ਮਠਿਆਈਆਂ ਵੰਡ ਰਹੇ ਹਨ। ਭਏ ਲੋਕ ਇਕੱਠੇ ਤਿਸ ਥਾਨ। ਤੇ ਸਾਰੇ ਪਿੰਡ ਦੇ ਲੋਕ ਉਹਨਾਂ ਦੇ ਘਰੇ ਇਕੱਠੇ ਹੋਏ ਹਨ। ਪਹਿਲਾਂ ਇਦਾਂ ਹੀ ਕਰਦੇ ਹੁੰਦੇ ਸੀ, ਖਾਣ ਨੂੰ ਮਿੱਠਾ ਮਿਲਦਾ ਵੀ ਇਹ ਮਠਿਆਈ ਘੱਟ ਹੀ ਹੁੰਦੀ ਸੀ, ਲੋਕਾਂ ਲਈ ਬੜੀ ਨਿਆਮਤ ਸੀ। ਫਿਰ ਉਹ ਜਿੱਥੇ ਕੋਈ ਪ੍ਰੋਗਰਾਮ ਸਮਾਗਮ ਹੁੰਦਾ ਉੱਥੇ ਹੀ ਉਹ ਵੰਡੀ ਜਾਂਦੇ ਤੇ ਸਾਰੇ ਪਿੰਡ ਦੇ ਹੀ ਲੈ ਆਉਂਦੇ ਸਨ, ਭਾਵੇਂ ਕਿਸੇ ਦੀ ਸਾਂਝ ਹੈ ਜਾਂ ਨਹੀਂ ਹੈ। ਉਹ ਸਿੰਘਾ ਰਾਹ ਕਹਿਣ ਲੱਗਾ ਮਹਾਰਾਜ ਇੱਥੇ ਕਿਸੇ ਦੇ ਘਰੇ ਉਹ ਬੱਚਿਆਂ ਦਾ ਮੰਗਣਾ ਜਿਹਾ ਕਰੀ ਜਾਂਦੇ ਆ, ਉਹ ਹੁਣ ਖੁਸ਼ੀ ਦੇ ਵਿੱਚ ਆ ਕੇ ਮਠਿਆਈਆਂ ਵੰਡ ਰਹੇ ਨੇ, ਸਾਰੇ ਪਿੰਡ ਦੇ ਲੋਕ ਉਸ ਪਾਸੇ ਲੈ ਰਹੇ ਨੇ ਆਪੋ ਆਪਣਾ ਵਰਤਾਰਾ। ਤਾਹਾਂ ਜਾਏ ਕੈ ਨਿਜ ਵਰਤਾਰਾ। ਬਸ ਇਸੇ ਕਰਕੇ ਛੇਤੀ ਚੱਲਿਆ ਵੀ ਕਿਤੇ ਮੇਰੇ ਵੇਲੇ ਉਹ ਮੌਕੀ ਨਾ ਜਾਵੇ, ਮੈਂ ਵੀ ਜਾ ਕੇ ਆਪਣਾ ਵਰਤਾਰਾ ਆਪਣਾ ਹਿੱਸਾ ਮਠਿਆਈ ਦਾ ਲੈ ਲਵਾਂ। ਆਵੋ ਇਸ ਹੇਤ ਸਿਧਾਰਾ। ਤੇ ਇਸੇ ਕਰਕੇ ਮਹਾਰਾਜ ਜੀ ਉਹ ਮੈਂ ਅੱਜ ਛੇਤੀ ਚੱਲਿਆ ਵੀ ਜਾ ਕੇ ਲੈ ਆਵਾਂ, ਵੀ ਜਾ ਕੇ ਉਹਨਾਂ ਦੇ ਘਰੇ ਜਿਨ੍ਹਾਂ ਘਰੇ ਕੋਈ ਸਮਾਗਮ ਹੈ ਵੀ ਮੈਂ ਵੀ ਆਪਣੀ ਕੋਈ ਮਠਿਆਈ ਕੋਈ ਹਿੱਸਾ ਲੈ ਆਵਾਂ ਤੇ ਮੈਂ ਵੀ ਛਕਾ ਛਕਾਵਾਂਗਾ, ਇਸ ਕਰਕੇ ਚੱਲਿਆ ਹਾਂ। ਸੁਣ ਸਤਿਗੁਰ ਬੋਲੇ ਕਰ ਕਰੁਣਾ। ਇਹ ਭਲਾ ਪੁਰਖ ਸੀ, ਸਾਰੇ ਪਿੰਡ ਵਿੱਚੋਂ ਇੱਕ ਹੀ ਬੰਦਾ ਮਹਾਰਾਜ ਸਾਹਿਬ ਦਾ ਪ੍ਰੇਮੀ ਬਣਿਆ। ਤੇ ਇਦਾਂ ਹੀ ਕਰਦੇ ਹੁੰਦੇ ਸਨ ਪੁਰਾਣੇ ਪਿੰਡਾਂ ਦੇ ਲੋਕ ਜਿਹੜੇ ਨਾ, ਇਹ ਸੇਵਾ ਭਾਵਨਾ ਕੋਈ ਇੱਕ ਅੱਧਾ ਹੀ ਕਰਦਾ ਹੁੰਦਾ ਸੀ। ਹੁਣ ਤਾਂ ਮਹਾਰਾਜ ਦੀ ਕਿਰਪਾ ਨਾਲ ਇੱਕ ਇੱਕ ਪਿੰਡ 'ਚ ਬਹੁਤ ਭਾਵਨਾ ਵਾਲੇ ਹੁੰਦੇ ਆ। ਪਹਿਲੇ ਲੋਕ ਕੋਈ ਸਾਰੇ ਪਿੰਡ 'ਚ ਇੱਕ ਜਾਂ ਦੋ ਜਾਣੇ ਜਿਹੜੇ ਭਰੋਸਾ ਰੱਖਣ ਵਾਲੇ, ਬਹੁਤੇ ਹੋਰ ਹੀ ਤਰ੍ਹਾਂ ਦੇ ਲੋਕ ਹੁੰਦੇ ਸਨ। ਮਹਾਰਾਜ ਨੇ ਕਿਰਪਾ ਕਰਕੇ ਦੇ ਸੁਭਾਅ ਬਦਲੇ, ਭਾਵੇਂ ਕਿ ਹਾਲਾਂ ਵੀ ਬਹੁਤੇ ਹੈਗੇ ਤਾਂ ਅਸੀਂ ਬਾਣੀ ਨੂੰ ਮੰਨਦੇ ਨਹੀਂ ਆ, ਪਰ ਫਿਰ ਵੀ ਪ੍ਰਭਾਵ ਗੁਰਬਾਣੀ ਦਾ ਪਿਆ ਸਾਰਿਆਂ ਉੱਤੇ ਹੈ। ਤੇ ਇਸ ਕਰਕੇ ਜਦੋਂ ਇਹ ਕਹਿੰਦਾ ਮਹਾਰਾਜ ਮੈਂ ਚੱਲਿਆ ਹਾਂ ਮਠਿਆਈ ਲੈਣ, ਤਾਂ ਨਵੇਂ ਪਾਤਸ਼ਾਹ ਜੀ ਇਹਨੂੰ ਕਹਿਣ ਲੱਗੇ ਕਰੁਣਾ ਕਰਕੇ ਤੇ ਮਿਹਰ ਕਰਕੇ ਬੋਲੇ ਅਬ ਤੇ ਕਬੇ ਜਾਓ ਕਿਸ ਘਰ ਨਾ। ਮਹਾਰਾਜ ਕਹਿੰਦੇ ਇਹ ਸਿੰਘੇ ਰਾਹਕ ਅੱਜ ਤੋਂ ਸਾਡਾ ਵਚਨ ਮੰਨ, ਮਠਿਆਈ ਮੁਠਿਆਈ ਖਾਣ ਵਾਸਤੇ ਕਿਸੇ ਦੇ ਘਰੇ ਨਹੀਂ ਤੂੰ ਜਾਣਾ, ਹੱਥ ਨਹੀਂ ਅੱਡਣੇ। ਤੋ ਬੈਠੇ ਨਿਜ ਸਦਨ ਮਝਾਰੇ। ਬਸ ਗੁਰੂ ਗੁਰੂ ਜਪਿਆ ਕਰ, ਸਿਮਰਨ ਕਰਿਆ ਕਰ, ਘਰ ਵਿੱਚ ਬੈਠਾ ਤੇਰੇ ਘਰ ਦੇ ਵਿੱਚ ਬੈਠੇ ਹੋਏ ਨੂੰ ਸਾਰਾ ਕੁਝ ਪ੍ਰਾਪਤ ਹੋਵੇਗਾ। ਪਹੁੰਚੇ ਆਏ ਜੁਗਲ ਵਰਤਾਰੇ। ਉਹਦਾ ਇੱਕ ਵਰਤਾਰਾ ਲੈਣ ਵਾਸਤੇ ਚੱਲੇ ਆ, ਇਹਨਾਂ ਦੇ ਘਰ ਵਿੱਚ ਸਿਦਕ ਕਮਾ ਕੇ ਬਵੇਂਗਾ, ਸਾਡਾ ਵਚਨ ਮੰਨ ਕੇ ਤੇਰੇ ਘਰੇ ਬੈਠੇ ਨੂੰ 2 ਵਰਤਾਰੇ ਦੇ ਕੇ ਜਾਇਆ ਕਰਨਗੇ। ਜਿਹਦੇ ਵੀ ਘਰੇ ਪਿੰਡ 'ਚ ਨਗਰ 'ਚ ਕੋਈ ਹੋਊਗਾ ਇਹੋ ਜਿਹਾ ਪ੍ਰੋਗਰਾਮ ਮਠਿਆਈ ਵਰਤਾਉਣ ਦਾ,
ਹੋਰ ਜੋ ਖਾਣ ਪੀਣ ਵਾਲੀ ਵਸਤੂ ਤੈਨੂੰ 2 ਹਿੱਸੇ ਦੇ ਕੇ ਜਾਇਆ ਕਰਨਗੇ। ਸੁਨ ਕੈ ਰਾਹਕ ਸਿਦਕ ਕਮਾਵਾ। ਮਹਾਰਾਜ ਦਾ ਬਚਨ ਸੁਣ ਕੇ ਉਹ ਰਾਹਕ ਨੇ ਸਾਧ ਸੰਗਤ ਸਿਦਕ ਕਮਾਇਆ। ਉਹਨੇ ਇਹ ਨਹੀਂ ਆਖਿਆ ਵੀ ਨਹੀਂ ਮਹਾਰਾਜ ਮੈਨੂੰ ਜਾ ਲੈਣ ਦਿਓ। ਪਾਤਸ਼ਾਹ ਨੇ ਕਹਿਤਾ ਨਵੇਂ ਸਤਿਗੁਰਾਂ ਨੇ ਤਾਂ ਉਸੇ ਵੇਲੇ ਕਹਿੰਦਾ 7 ਬਚਨ ਮਹਾਰਾਜ ਜਿਵੇਂ ਤੁਹਾਡਾ ਬਚਨ ਦੀ ਹੀ ਸਾਰੀ ਖੇਡ ਹੈ ਨਾ, ਗੁਰੂ ਦੇ ਹੁਕਮ ਨੂੰ ਮੰਨਣਾ। ਇਹ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਸਾਰੀ ਇਹਦੇ ਵਿੱਚ ਹੀ ਹੁੰਦੀ ਹੈ। ਬਚਨ ਮੰਨਣਾ ਜਾਂ ਨਹੀਂ ਮੰਨਣਾ, ਇੰਨੇ ਜੀ ਸਾਰਾ ਕੁਝ ਮਿਲ ਜਾਂਦਾ, ਇੰਨੇ ਜੀ ਸਾਰਾ ਕੁਝ ਗਵਾਚ ਜਾਂਦਾ ਹੈ। ਇਹਨੇ ਸਿਦਕ ਕਮਾਇਆ, ਭਰੋਸਾ ਰੱਖਿਆ ਤੇ ਬੈਠਾ ਰਿਹਾ। ਬੈਠਿਓ ਨਿਕਟਨ ਅਨੰਤ ਸਿਧਾਵਾ। ਮਹਾਰਾਜ ਦੇ ਕੋਲ ਬੈਠਾ ਰਿਹਾ, ਕਿਧਰੇ ਹੋਰ ਥਾਵੇਂ ਨਾ ਗਿਆ। ਜਿਵੇਂ ਕਹਿੰਦਾ ਸੀ ਮੈਂ ਹਿੱਸਾ ਲੈ ਆਵਾਂ। ਕਹਿਤ ਭਇਓ ਤੁਮ ਪੁਰਖ ਵਡੇਰੇ। ਤੇ ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗਾ, ਹੈ ਸੱਚੇ ਪਾਤਸ਼ਾਹ ਤੁਸੀਂ ਤਾਂ ਵੱਡਿਆਂ ਤੋਂ ਵੱਡੇ ਪੁਰਖ ਹੋ, ਪਰਮੇਸ਼ਰ ਦਾ ਰੂਪ। ਹਮਸੇ ਤੁਮ ਚੇਰਨ ਕੇ ਚੇਰੇ। ਤੇ ਸਾਡੇ ਵਰਗੇ ਮਹਾਰਾਜ ਤੁਹਾਡੇ ਦਾਸਾਂ ਦੇ ਵੀ ਦਾਸ ਹਨ, ਸਾਨੂੰ ਕੌਣ ਪੁੱਛਦਾ ਹੈ ਇੱਥੇ। ਬਾਤ ਉਚਾਰਨ ਕਰਹੁ ਜਥਾ। ਪਾਤਸ਼ਾਹ ਜੀਓ ਮੈਂ ਸਿਦਕ ਰੱਖਾਂਗਾ, ਕਿਉਂਕਿ ਤੁਸੀਂ ਜਿਹੋ ਜਿਹਾ ਵੀ ਬਚਨ ਮੁਖ ਤੋਂ ਉਚਾਰਨ ਕਰਦੇ ਹੋ ਤਾਤ ਕਾਲ ਪਰ ਹੋਵੇ ਤਥਾ। ਉਹ ਝਾਟੀ ਫੁਰ ਕੇ ਉਸੇ ਤਰ੍ਹਾਂ ਹੀ ਹੋ ਜਾਂਦਾ। ਜੋ ਸਹਿਜ ਸੁਭਾਅ ਤੁਹਾਡੇ ਬਚਨ ਮੁਖ ਤੋਂ ਨਿਕਲੇ ਉਹ ਪੂਰਾ ਹੋਏਗਾ, ਇਹ ਮੈਨੂੰ ਸਿਦਕ ਹੈ, ਭਰੋਸਾ ਹੈ। ਉਤ ਜਿਸ ਕੇ ਘਰ ਹੋ ਭਾਈ ਸਗਾਈ। ਇਧਰ ਤਾਂ ਇਹ ਗੱਲ ਹੋਈ ਗੁਰੂ ਸਾਹਿਬ ਦੇ ਕੋਲ ਇਹ ਬੈਠਾ ਰਿਹਾ, ਤੇ ਦੂਜੇ ਪਾਸੇ ਉਹ ਜਿਨ੍ਹਾਂ ਦੇ ਘਰ ਚੋਂ ਸਗਨ ਜਿਹਾ ਕੋਈ ਜਾਂ ਖੁਸ਼ੀ ਦਾ ਕੋਈ ਸਮਾਗਮ ਜਿਹਾ ਕਰ ਰਹੇ ਸੀ ਪਿੰਡ ਦੇ ਵਿੱਚ। ਸਭ ਭਾਈਨ ਵਿਖੇ ਵਰਤਾਏ। ਉਹਨਾਂ ਸਾਰੇ ਸ਼ਰੀਕੇ ਭਾਈਚਾਰੇ ਸਭ ਨਗਰ ਦੇ ਵਿੱਚ ਜਦੋਂ ਮਠਿਆਈ ਵੰਡ ਦਿੱਤੀ। ਸਿੰਘਾਂ ਨੇ ਦੇਖਿਓ ਤਹ ਪੁੱਛਾ। ਉੱਥੇ ਉਹਨਾਂ ਪੁੱਛ ਲਿਆ ਵੀ ਸਾਰੇ ਤਾਂ ਆ ਗਏ ਆ, ਫਲਾਨਾ ਵੀ ਆ ਗਿਆ, ਉਹ ਵੀ ਆ ਗਿਆ, ਪਰ ਸਿੰਘਾ ਰਾਹਕ ਇਹ ਤਾਂ ਸਾਰਿਆਂ ਤੋਂ ਪਹਿਲਾਂ ਅੱਗੇ ਹੱਥ ਟੱਡ ਕੇ ਖਲੋਤਾ ਹੁੰਦਾ ਸੀ ਜਿਹਦੇ ਘਰੇ ਵੇਖੀਦਾ। ਪਰ ਅੱਜ ਕੀ ਗੱਲ ਹੈ ਵੀ ਇਹ ਨਹੀਂ ਆਇਆ। ਜਦੋਂ ਸਿੰਘਾ ਇਹ ਮਹਾਰਾਜ ਸਾਹਿਬ ਦੇ ਕੋਲ ਜਿਹੜਾ ਸਿੱਖ ਬੈਠਾ ਇਹ ਆਪਣਾ ਹਿੱਸਾ ਲੈਣ ਉਹਨਾਂ ਦੇ ਘਰੋਂ ਨਾ ਗਿਆ ਤਾਂ ਪੁੱਛਗਿੱਛ ਹੋ ਗਈ। ਆਇਓ ਕਿਉਂ ਨਾ ਰਹਿ ਪੁਨ ਸ਼ੂਸ਼ਾ। ਕਹਿੰਦੇ ਵੀ ਆਇਆ ਕਿਉਂ ਨਹੀਂ ਆ, ਹੁਣ ਤੀਕਰ ਇਹ ਨਾ ਹੋਵੇ ਵੀ ਮੁੜ ਕੇ ਉਹ ਸ਼ੂਸ਼ਾ ਖਾਲੀ ਰਹਿ ਜਾਵੇ, ਫੇਰ ਆਖੂਗਾ ਵੀ ਮੈਨੂੰ ਤੁਸੀਂ ਵਧਾਈ ਨਹੀਂ ਖਵਾਈ, ਵੀ ਹਿੱਸਾ ਨਹੀਂ ਦਿੱਤਾ। ਵੀ ਹੁਣ ਲੈਣ ਦਾ ਮੌਕਾ ਹੁਣ ਪਹੁੰਚ ਜਾਂਦਾ, ਫੇਰ ਜੋ ਖਾਲੀ ਰਹਿ ਜਾਵੇਗਾ। ਸਹਿ ਇੱਕ ਨੇ ਭਾਕਿਓ ਸੋ ਗਇਓ। ਜਦੋਂ ਇਹ ਗੱਲ ਚੱਲੀ ਨਾ ਵੀ ਸਿੰਘਾ ਕਿਉਂ ਨਹੀਂ ਆਇਆ, ਤਾਂ ਉੱਥੇ ਉਹਨਾਂ ਵਿੱਚੋਂ ਇੱਕ ਮਨੁੱਖ ਨੇ ਗੱਲ ਕਹੀ ਵੀ ਉਹ ਤਾਂ ਬਾਹਰ ਨੂੰ ਗਿਆ ਹੋਇਆ ਹੈ। ਬਹਿਰ ਗੁਰੂ ਜਹ ਉਤਰਤ ਭਇਓ। ਜਿੱਥੇ ਕਹਿੰਦੇ ਬਾਹਰ ਆਪਣੇ ਪਿੰਡ ਨਗਰ ਤੋਂ ਇਹ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਬੈਠੇ ਗੁਰੂ ਤੇਗ ਬਹਾਦਰ ਸਾਹਿਬ ਆਣ ਕੇ ਉਤਰੇ ਹੋਏ ਨੇ, ਉਹ ਤਾਂ ਉਹਨਾਂ ਕੋਲ ਗਿਆ ਹੈ। ਹੋਏ ਨਿਕੰਮਾ ਦਿਵ ਸਭ ਤਾਵੈ। ਉਹ ਕਹਿਣ ਲੱਗੇ ਵੀ ਉੱਥੇ ਕੀ ਕਰਦਾ, ਤਾਂ ਨਾਲ ਦੇ ਕਹਿਣ ਲੱਗੇ ਵੀ ਕਰਨਾ ਕੀ ਹੈ, ਨਿਕੰਮਾ ਹੈ, ਕੰਮ ਚੋਰ ਹੈ, ਕੰਮ ਤਾਂ ਕੋਈ ਉਹਨੂੰ ਕਰਨਾ ਨਹੀਂ ਆਉਂਦਾ, ਸਾਰਾ ਦਿਨ ਉੱਥੇ ਬਹਿ ਕੇ ਬਤੀਤ ਕਰ ਦਿੰਦਾ ਏ। ਸਾਧ ਫਕੀਰ ਨਿਕਟ ਚਲ ਜਾਵੇ। ਇਹ ਹੁਣ ਤਾਂ ਗੁਰੂ ਤੇਗ ਬਹਾਦਰ ਸਾਹਿਬ ਆਏ ਨੇ, ਕੱਲੀ ਇਹਨਾਂ ਦੀ ਗੱਲ ਨਹੀਂ, ਇਹਨਾਂ ਤੋਂ ਅੱਗੋਂ ਪਿੱਛੋਂ ਵੀ ਜਦੋਂ ਕੋਈ ਸਾਧ ਕੋਈ ਫਕੀਰ ਕਿਤੇ ਨਗਰ ਤੋਂ ਬਾਹਰ ਆ ਕੇ ਆਪਣੇ ਪਿੰਡ ਤੋਂ ਬਹਿੰਦਾ ਏ ਨਾ, ਤੇ ਕਹਿੰਦੇ ਵੀ ਇਹ ਜਿਹੜਾ ਆਪਣਾ ਸਿੰਘਾ ਏ ਬਸ ਉਹਨਾਂ ਦੇ ਕੋਲ ਹੀ ਚਲਿਆ ਜਾਂਦਾ, ਤੇ ਸਾਰਾ ਦਿਨ ਉਹ ਸਾਧਾਂ ਦੇ ਕੋਲ ਫਕੀਰ ਨਾ ਗਿਆ ਜਾਂ ਕੋਲ ਬੈਠਾ ਰਹਿੰਦਾ। ਬੈਠੋ ਰਹਿ ਸੰਜ ਲੋ ਤਹਾਂ। ਕਹਿੰਦੇ ਸ਼ਾਮ ਤੀਕਰ ਘਰੋਂ ਸਵੇਰੇ ਜਾਂਦਾ ਹੈ, ਸੂਰਜ ਛਿਪਣ ਤੀਕਰ ਉੱਥੇ ਬੈਠਾ ਰਹਿੰਦਾ। ਜਦੋਂ ਕੋਈ ਸਾਧ ਫਕੀਰ ਆਵੇ ਪਹਿਰਨ ਖੈਪੋ ਪਾਏ ਨ ਜਹਾਂ। ਇਹੋ ਜਿਹੇ ਵੀ ਕਹਿੰਦੇ ਵੀ ਫਕੀਰ ਆਉਂਦੇ ਜਿਨ੍ਹਾਂ ਨੂੰ ਪਹਿਨਣ ਲਈ ਵੀ ਕੱਪੜੇ ਨਹੀਂ ਹੁੰਦੇ, ਨੰਗੇ ਜੇ ਤੁਰੇ ਫਿਰਦੇ ਪਾਟੇ ਜੇ ਪਾ ਕੇ। ਕਈ ਤਾਂ ਭੁੱਖੇ ਹੀ ਹੁੰਦੇ ਆ, ਕਈ ਦਿਨਾਂ ਦਾ ਜਿਨ੍ਹਾਂ ਨੂੰ ਖਾਣ ਨੂੰ ਨਹੀਂ ਮਿਲਦਾ। ਇਵੇਂ ਭੁੱਖੇ ਨੰਗਿਆਂ ਦੇ ਕੋਲੋਂ ਜਾ ਕੇ ਕਹਿੰਦੇ ਵੀ ਸਿੰਘਾ ਬੈਠਾ ਰਹਿੰਦਾ ਹੈ। ਐਸੀ ਸਦਾ ਰੀਤ ਤਿਸ ਕੇਰੇ। ਹਾਂ ਏਦਾਂ ਦੀ ਕਹਿੰਦੇ ਵੀ ਉਹਦੀ ਰੀਤੀ ਹੈ ਸਦਾ ਹੀ। ਹੁਣ ਵੀ ਗੁਰੂ ਤੇਗ ਬਹਾਦਰ ਸਾਹਿਬ ਆਏ ਨੇ, ਜਿਵੇਂ ਬਾਕੀ ਸਾਧੂਆਂ ਫਕੀਰਾਂ ਕੋਲ ਬੈਠਾ ਰਹਿੰਦਾ, ਅੱਜ ਕਹਿੰਦੇ ਵੀ ਉਹਨਾਂ ਕੋਲ ਬੈਠਾ ਹੈ ਜਾ ਕੇ। ਕਈ ਦਿਨ ਹੋ ਗਏ ਰੋਜ਼ ਹੀ ਉਧਰ ਨੂੰ ਚਲਿਆ ਜਾਂਦਾ ਏ। ਬੈਠੇ ਬਹਿਰ ਕੋਏ ਕਿਤ ਹੇਰੇ। ਹਾਂ ਕੋਈ ਵੀ ਕਿਤੇ ਬਾਹਰ ਆਇਆ ਵੇਖ ਲਵੇ ਵੀ ਭਾਵੇਂ ਉਹ ਸਾਧ ਹੈ, ਫਕੀਰ ਹੈ, ਨਾਂਗਾ ਏ, ਭੁੱਖਾ ਏ, ਚੜਾਵਾਂ ਵਾਲਾ, ਕੋਈ ਵੀ ਆਵੇ ਉਹਦੇ ਕੋਲ ਜਾ ਕੇ ਸਾਰੀ ਦਿਹਾੜੀ ਬੈਠਾ ਰਹਿੰਦਾ ਏ। ਸੁਣ ਕਰ ਗ੍ਰਾਮ ਚੌਧਰੀ ਤਬੈ। ਜਦੋਂ ਕਿਸੇ ਨੇ ਇਦਾਂ ਕਿਹਾ ਨਾ ਵੀ ਉਹਦੇ ਐਵੇਂ ਸਾਧਾਂ ਸੰਤਾਂ ਕੋਲ ਬਹਿੰਦਾ, ਤੇ ਹੁਣ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਹੀ ਬੈਠਾ ਹੈ। ਤਾਂ ਜਿਹੜਾ ਨਗਰ ਦਾ ਚੌਧਰੀ ਸੀ ਨਾ, ਭਾਵੇਂ ਧਰਮੀ ਤੇ ਨਹੀਂ ਸੀ ਬਹੁਤਾ, ਕਈ ਲੋਕ ਧਰਮੀ ਤਾਂ ਨਹੀਂ ਹੁੰਦੇ,
ਪਰ ਧਰਮੀਆਂ ਦੀ ਕਦਰ ਕਰ ਲੈਂਦੇ ਨੇ। ਕਈ ਤਾਂ ਐਸੇ ਨੇ ਵੀ ਆਪ ਵੀ ਧਰਮੀ ਨਹੀਂ ਤੇ ਧਰਮ ਕਮਾਉਣ ਵਾਲਿਆਂ ਨੂੰ ਨਰਾਦਰੀ ਦੇ ਵਚਨ ਵੀ ਕਹਿੰਦੇ ਨੇ। ਇਹ ਚੌਧਰੀ ਜਿਹੜਾ ਸੀ, ਜਦੋਂ ਉਹਨੇ ਉਹ ਰੀਤ ਸੁਣੀ ਨਾ ਇਸ ਪ੍ਰਕਾਰ ਦੀ ਵੀ ਜਿਹੜਾ ਸਿੰਘਾ ਹੈ ਉਹ ਬਾਹਰ ਜਾ ਕਰਕੇ ਗੁਰੂ ਸਾਹਿਬ ਦੇ ਕੋਲ ਬੈਠਾ ਏ। ਬਾਤ ਬਖਾਨਿਆ ਸੁਣਤੇ ਸਭੈ, ਉਹ ਪਿੰਡ ਦੇ ਚੌਧਰੀ ਨੇ ਉਸ ਵੇਲੇ ਸੁਣ ਕੇ ਕਿਹਾ, ਏਕੀ ਰੀਤ ਸਾਧੂ ਢਿੱਗ ਜਾਨੋ। ਕਹਿੰਦੇ ਵੀ ਤੁਸੀਂ ਇਹ ਮਾੜਾ ਕਿਉਂ ਕਹਿੰਦੇ ਹੋ ਸਿੰਘੇ ਨੂੰ? ਇਹਦਾ ਚੰਗੀ ਗੱਲ ਹੈ ਕੋਈ ਸਾਧੂ ਕੋਈ ਮਹਾਤਮਾ ਦੇ ਕੋਲ ਜਾਣਾ, ਉਹਨਾਂ ਦੀ ਸੰਗਤ ਕਰਨੀ। ਤੁਮ ਸਗਰੇ ਇਸ ਵਿਦ ਅਭਿਮਾਨੋ, ਹਾਂ ਕਹਿੰਦੇ ਵੀ ਤੁਸੀਂ ਸਾਰੇ ਹੀ ਫਿਰ ਪੜਿਓ। ਤੁਮਰੇ ਸਗਰੇ ਇਸ ਵਿਦ ਅਭਿਮਾਨੋ, ਕਹਿੰਦੇ ਵੀ ਇਹ ਚੰਗੀ ਗੱਲ ਹੈ, ਇਸ ਕਰਕੇ ਤੁਮ ਸਗਰੇ ਇਸ ਵਿਦ ਅਭਿਮਾਨੋ, ਵੀ ਤੇਰੇ ਤਾਈਂ ਮੈਂ ਇੱਕ ਗੱਲ ਕਹਿਣਾ ਹਾਂ। ਚੌਧਰੀ ਜਿਹੜਾ ਪਿੰਡ ਦਾ ਸੀ ਸੁਣ ਕੇ ਕਹਿੰਦਾ ਉਹਦੀ ਨਿੰਦਾ ਨਾ ਕਰੋ, ਉਹਨੂੰ ਮਾੜਾ ਨਾ ਕਹੋ, ਤੇ ਮੇਰੀ ਇੱਕ ਗੱਲ ਮੰਨ ਲਵੋ ਸਾਰੀ। ਦੇਵੋ ਤਿਸਕੇ ਦੋ ਵਰਤਾਰੇ, ਕਹਿੰਦੇ ਵੀ ਉਹਨੂੰ ਇੱਕ ਵਰਤਾਰਾ ਨਹੀਂ ਦੋ ਵਰਤਾਰੇ ਦਿਆ ਕਰੋ। ਸਗੋਂ ਜੇ ਉਹ ਸਾਧੂ ਫਕੀਰਾਂ ਦੀ ਸੰਗਤ ਕਰਦਾ ਤਾਂ ਚੰਗੀ ਗੱਲ ਹੈ, ਉਹਦੇ ਸਿਰ ਤੇ ਤੁਹਾਡੇ ਪਿੰਡ ਦਾ ਵੀ ਭਲਾ ਹੁੰਦਾ, ਉਹਨੂੰ ਦੋ ਹਿੱਸੇ ਕੱਢ ਕੇ ਦਿਆ ਕਰੋ। ਜੇ ਨਾ ਆਏ ਦੇਹ ਸਦਨ ਮਜਾਰੇ, ਜੇ ਤਾਂ ਤੁਹਾਡੇ ਕੋਲ ਆ ਜੇ ਤਾਂ ਫਿਰ ਦੋ ਵਰਤਾਰੇ ਇੱਥੇ ਦੇ ਦਿਓ, ਜੇ ਇੱਥੇ ਨਾ ਆਵੇ ਤਾਂ ਉਹਦੇ ਘਰੇ ਜਾ ਕੇ ਜ਼ਰੂਰ ਦੇਣੇ, ਉਹਦੇ ਦੋ ਹਿੱਸੇ ਪਹਿਲਾਂ ਕੱਢ ਲੈਣੇ। ਤਬ ਤੇ ਕੁਛ ਵਰਤਾਵੇ ਕੋ, ਸੋ ਇਸ ਤਰ੍ਹਾਂ ਫਿਰ ਉਹ ਇਦਾਂ ਹੀ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨਾਲ, ਵੀ ਤਬ ਤੇ ਕੁਛ ਵਰਤਾਵੇ ਕੋ, ਵੀ ਸਾਰੇ ਪਿੰਡ ਵਿੱਚ ਕੋਈ ਵੀ ਚੀਜ਼ ਕੋਈ ਵਰਤਾਉਂਦਾ ਹੈ, ਕੋਈ ਵੀ ਕੋਈ ਕਿਸੇ ਦੇ ਘਰੇ ਪ੍ਰੋਗਰਾਮ ਹੁੰਦਾ ਹੈ, ਜੇ ਤੇ ਵਰਤਾਰੇ ਦੋ, ਜਿਹੜਾ ਉਹ ਸਿੰਘਾ ਜ਼ਿਮੀਂਦਾਰ ਹੈ ਉਹਦੇ ਘਰੇ ਹੀ ਦੋ ਵਰਤਾਰੇ ਪਹੁੰਚ ਜਾਂਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਦਾ ਵਚਨ ਮੰਨ ਕੇ ਸਿਦਕ ਰੱਖਿਆ ਤੇ ਕਿਸੇ ਦੇ ਘਰੇ ਜਾ ਕੇ ਨਹੀਂ ਹੱਥ ਅੱਡਦਾ। ਤਿਸ ਬਿਨ ਗੁਰ ਕੋ ਮਿਲਿਓ ਨਾ ਕੋਈ, ਹਾਂ ਤਿਸ ਬਿਨ ਗੁਰ ਕੋ ਮਿਲਿਓ ਨਾ ਕੋਈ। ਤੇ ਭਾਈ ਸਾਹਿਬ ਜੀ ਕਹਿੰਦੇ ਵੀ ਇਸ ਨਗਰ ਦੇ ਵਿੱਚ ਉਸ ਸਿੰਘੇ ਰਾਹਕ ਤੋਂ ਬਗੈਰ ਖੀਵੇ ਪਿੰਡ ਚੋਂ ਹੋਰ ਕੋਈ ਆ ਕੇ ਮਿਲਿਆ ਵੀ ਨਹੀਂ ਸਤਿਗੁਰਾਂ ਨੂੰ। ਮਹਾਰਾਜ ਸਾਹਿਬ ਦੀ ਕਿਸੇ ਨੇ ਸੇਵਾ ਵੀ ਨਾ ਕੀਤੀ। ਭਾਗ ਵਿਹੀਨ ਗ੍ਰਾਮ ਤੋਂ ਸੋਈ, ਕਹਿੰਦੇ ਕਰਨੀ ਵੀ ਕੀ ਸੀ, ਭਾਗਾਂ ਤੋਂ ਵਿਹੀਣਾ ਸੀ। ਸਾਰਾ ਪਿੰਡ ਜਿਹੜਾ ਸੀ ਉਹ ਭਾਗਹੀਣਿਆਂ ਦਾ, ਮੰਦ ਭਾਗੀਆਂ ਦਾ ਪਿੰਡ ਸੀ। ਇੱਕ ਸਿੰਘਾ ਰਾਹਕ ਹੀ ਹੈ ਜ਼ਿਮੀਂਦਾਰ, ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਪਰਸਨ ਕਰਦਾ ਰਿਹਾ। ਸੇਵਾ ਕਰੀ ਨਾ ਫਲ ਕਿਛ ਪਾਵਾ, ਨਾ ਮਹਾਰਾਜ ਦੀ ਸੇਵਾ ਕੀਤੀ, ਨਾ ਇਹਨਾਂ ਨੇ ਕੋਈ ਜੀਵਨ ਦਾ ਚੰਗਾ ਫਲ ਪਾਇਆ ਵੀ ਚੰਗਾ ਜੀਵਨ ਸਵਰ ਜਾਏ, ਕੋਈ ਕਿਰਪਾ ਕੋਈ ਬਖਸ਼ਿਸ਼ ਮਹਾਰਾਜ ਦੀ ਲੈ ਲਈਏ ਤੋਂ ਖਾਲੀ ਰਹਿ ਗਏ। ਸਤਿਗੁਰ ਤੇ ਨਹਿ ਕੋ ਬਰਸਾਵਾ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੋਂ ਕੋਈ ਭਰੋਸਾ ਆਇਆ ਨਾ ਗਿਆ। ਮਹਾਰਾਜ ਸਾਹਿਬ ਜੀ ਦੀ ਰਹਿਮਤ ਕਿਸੇ ਨੂੰ ਵੀ ਨਾ ਮਿਲੀ ਇੱਕ ਸਿੰਘੇ ਰਾਹਕ ਤੋਂ ਬਗੈਰ। ਤੇ ਕਰਿਓ ਕੂਚ ਗੁਰ ਸੁਆਮੀ, ਫਿਰ ਕੁਝ ਕੁ ਦਿਨ ਇੱਥੇ ਮਹਾਰਾਜ ਸਾਹਿਬ ਬਤੀਤ ਕੀਤਾ ਤੇ ਖੀਵੇ ਨਗਰ ਤੋਂ ਅੱਗੇ ਨੂੰ ਕੂਚ ਕਰ ਦਿੱਤਾ। ਡੇਢ ਕੋਸ ਗੇ ਅੰਤਰ ਜਾਮੀ, ਹਾਂ 1.5 ਕੋਹ ਦੇ ਅੰਤਰ ਦੇ ਨਾਲ 1.5 ਕੋਸ ਗੇ ਅੰਤਰਜਾਮੀ। 1.5 ਕੋਹ ਪੈਂਡਾ ਤੈਅ ਕਰਕੇ ਜਦੋਂ ਅੰਤਰਜਾਮੀ ਗੁਰੂ ਤੇਗ ਬਹਾਦਰ ਸਾਹਿਬ ਪਹੁੰਚੇ, ਤਬ ਪਿਸ਼ੋਰ ਕੀ ਸੰਗਤ ਆਈ, ਉਥੇ ਪਤਾ ਲੱਗਾ ਵੀ ਮਹਾਰਾਜ ਪਿਸ਼ੌਰ ਦੀਆਂ ਪੱਛਮ ਵਾਲੇ ਪਾਸੇ ਦੀਆਂ ਜਿਹੜੀਆਂ ਸੰਗਤਾਂ ਨੇ ਉਹ ਤੁਹਾਡੇ ਦਰਸ਼ਨ ਕਰਨ ਵਾਸਤੇ ਪਿੱਛੇ ਪਿੱਛੇ ਆ ਰਹੀਆਂ ਹਨ। ਖੋਜਤ ਬਹੁਤ ਥਲ ਤੇ ਸਮੁਦਾਇ, ਮਹਾਰਾਜ ਸਾਹਿਬ ਜੀ ਨੂੰ ਇਹ ਖਬਰ ਮਿਲ ਗਈ ਵੀ ਬੜੇ ਥਾਵਾਂ ਦੇ ਸਾਨੂੰ ਲੱਭਦੇ ਆ ਰਹੇ ਨੇ। ਪਿਸ਼ੌਰ ਤੋਂ ਆਨੰਦਪੁਰ ਸਾਹਿਬ ਨੂੰ ਗਏ ਸੀ, ਉੱਥੋਂ ਪਤਾ ਲੱਗਾ ਤੇ ਮਗਰੇ ਮਗਰ ਮਾਲਵੇ ਵਿੱਚ ਆ ਰਹੇ ਹਨ। ਬ੍ਰਿੰਦ ਉਪਾਇਨ ਸੰਗ ਉਠਾਏ, ਤੇ ਬਹੁਤੀਆਂ ਗੁਰੂ ਘਰ ਦੇ ਵਾਸਤੇ ਪਟਾਵਾਂ ਵੀ ਆਪਣੇ ਨਾਲ ਲਿਆ ਰਹੇ ਨੇ। ਗੁਰ ਦਰਸ਼ਨ ਤੇ ਅਧਿਕ ਤਸਾਵੇ, ਜਿਹੜੀ ਪਿਸ਼ੌਰ ਦੀ ਸੰਗਤ ਗੁਰੂ ਮਹਾਰਾਜ ਦੇ ਦਰਸ਼ਨਾਂ ਦੀ ਬਹੁਤੀ ਤਿਹਾਈ ਹੈ। ਜਾਨ ਪ੍ਰੇਮ ਤਿਨ ਕੇ ਮਨ ਕੇਰੇ, ਨਾਵੇਂ ਪਾਤਸ਼ਾਹ ਨੇ ਉਹਨਾਂ ਦੇ ਮਨ ਦਾ ਪ੍ਰੇਮ ਜਾਣ ਲਿਆ ਵੀ ਪਿਸ਼ੌਰ ਦੀਆਂ ਸੰਗਤਾਂ ਸਾਨੂੰ ਮਿਲਣਾ ਲੋਚਦੀਆਂ ਹਨ। ਉਤਰ ਪਰੇ ਉਦਿਆਨ ਬਡੇਰੇ, ਹਜੇ ਖੀਵੇ ਨਗਰ ਤੋਂ 1.5 ਕੀ ਕੋਹ ਚੱਲੇ ਸੀ, ਸੰਘਣਾ ਜੰਗਲ ਹੈ। ਮਹਾਰਾਜ ਸਾਹਿਬ ਉਹਨਾਂ ਨੂੰ ਦਰਸ਼ਨ ਦੇਣ ਲਈ ਉੱਥੇ ਹੀ ਉਤਰ ਗਏ ਵੀ ਕਿੱਥੇ ਸਾਡੇ ਮਗਰ ਵਿਚਾਰੇ ਤੁਰੇ ਫਿਰਨਗੇ। ਆ ਜੰਗਲ ਵਿੱਚ ਹੀ ਡੇਰਾ ਲਾ ਲਿਆ ਪਾਤਸ਼ਾਹ ਨੇ। ਜਾਲ ਬਿਰਸ਼ ਕੀ ਛਾਇਆ ਹੇਰੀ, ਆ ਇੱਕ ਜਾਲ ਬ੍ਰਿਸ਼, ਪੀਲੂ ਦਾ ਬਿਲਖ, ਪਿਲਕਣ ਆਦਿਕ ਜਾਂ ਪੀਲੂ ਕਹਿ ਲੋ, ਸੰਘਣੀ ਛਾਂ ਹੁੰਦੀ ਹੈ ਬੋੜ ਦੇ ਵਾਂਗ ਹੀ ਇਸ ਦੀ।
ਉਹ ਸੋਹਣੀ ਸੰਘਣੀ ਛਾਂ ਵੇਖ ਕੋਟੀ ਕੇ, ਸਗਨ ਸੁੰਦਰ ਤਿਸ ਬੇਰੇ ਬਹੁਤ ਸੋਹਣੀ ਥਾਂ ਵੇਖ ਕੇ, ਬਹੁਤ ਸੰਘਣੀ ਛਾਂ ਵੇਖ ਕੇ ਉਤਰ ਤਹਾਂ ਪਰਯੰਕ ਡਸਾਵਾ ਉੱਥੇ ਉਤਰ ਕੇ ਮਹਾਰਾਜ ਸਾਹਿਬ ਜੀ ਨੇ ਕਿਹਾ ਵੀ ਇੱਥੇ ਸਾਡਾ ਪਲੰਘਾ ਵਿਛਾ ਦਿਓ। ਚਾਰ ਚੁਕੌਨ ਵਿਛੋਨ ਵਿਛਾਵਾ ਬੜਾ ਸੋਹਣਾ ਉਸਦੇ ਵਿਛਾਉਣਾ ਵਿਛਾ ਦਿੱਤਾ, 4 ਨੁਕਰਾਂ ਵਾਲਾ। ਬੈਠ ਗਏ ਸਤਿਗੁਰੂ ਬਿਰਾਜੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਪਿਸ਼ੌਰ ਦੀ ਸੰਗਤ ਦੀ ਉਡੀਕ ਕਰਨ ਵਾਸਤੇ ਪਲੰਘੇ ਤੇ ਬੈਠ ਗਏ। ਜਿਨ ਦਰਸ਼ਨ ਕਰਵੇ ਦੁਖ ਭਾਜੈ ਜਿਨ੍ਹਾਂ ਨਾਵੇਂ ਸਤਿਗੁਰਾਂ ਦੇ ਦਰਸ਼ਨ ਕਰਕੇ ਦੁੱਖ ਨਾਸ ਹੋ ਜਾਂਦੇ ਨੇ ਦਰਸ਼ਨ ਕਰਨ ਵਾਲਿਆਂ ਦੇ। ਚਾਰ ਚਾਦਰਾਂ ਦੀਰਘ ਘਨੋ ਬਹੁਤ ਵੱਡਾ ਸੋਹਣਾ ਚਾਦਰਾ ਮਹਾਰਾਜ ਸਾਹਿਬ ਜੀ ਦੇ ਉੱਤੇ ਲਿਆ ਹੋਇਆ ਸਤਿਗੁਰਾਂ। ਸੁੰਦਰ ਬਦਨ ਚੰਦਰਮਾ ਮਨੋ ਸੋਹਣਾ ਮਹਾਰਾਜ ਦਾ ਮੁਖ ਹੈ, ਮਾਨੋ ਵੀ ਕਲੰਕ ਤੋਂ ਰਹਿਤ ਜਿਵੇਂ ਚਾਂਦੀ ਚੜਿਆ ਹੋਵੇ। ਅੰਮ੍ਰਿਤ ਸਮ ਕੋਮਲ ਬਰਨ ਬੈਨ ਤੇ ਪਾਤਸ਼ਾਹ ਜੀ ਦੇ ਜਿਹੜੇ ਬਚਨ ਹਨ ਜਿਵੇਂ ਅੰਮ੍ਰਿਤ ਹੁੰਦਾ ਹੈ ਨਾ, ਜਿਵੇਂ ਅੰਮ੍ਰਿਤ ਦੀ ਵਰਖਾ ਹੋਵੇ ਸੁਖ ਮਿਲਦਾ, ਐਵੇਂ ਮਾਨੋ ਅੰਮ੍ਰਿਤ ਹੀ ਹੈ। ਬਚਨ ਕਾਦੇ ਨੇ ਮਹਾਰਾਜ ਜਦੋਂ ਬੋਲਦੇ ਹਨ ਤਾਂ ਅੰਮ੍ਰਿਤ ਦਾ ਹੀ ਮੀਂਹ ਵਹਿੰਦਾ ਹੈ। ਅੰਮ੍ਰਿਤ ਸਮ ਕੋਮਲ ਬਰ ਬੈਨ, ਸ੍ਰੇਸ਼ਟ ਬਚਨ ਹਨ ਅੰਮ੍ਰਿਤ ਵਰਗੇ ਕੋਮਲ, ਭਾਵ ਕਿਸੇ ਦਾ ਦਿਲ ਨਹੀਂ ਦੁਖਾਉਂਦੇ ਸਤਿਗੁਰੂ ਜਦੋਂ ਵੀ ਬੋਲਦੇ ਹਨ। ਕਰੁਣਾ ਭਰੇ ਰਸੀਲੇ ਨੈਣ ਤੇ ਸਦਾ ਹੀ ਮਹਾਰਾਜ ਸਾਹਿਬ ਜੀ ਦੇ ਤਰਸ ਭਰੇ ਰਸੀਲੇ ਆਨੰਦ ਦੇ ਦੇਣ ਵਾਲੇ ਨੇਤਰ ਨੇ, ਵੀ ਸਦਾ ਤਰਸ ਹੀ ਕਰਦੇ ਨੇ ਹਰ ਇੱਕ ਤੇ ਜਿਹਦੇ ਵੱਲ ਵੇਖ ਲੈਣ ਉਹਨੂੰ ਰਸ ਦੇ ਸਹਿਤ ਆਨੰਦ ਦੇ ਸਹਿਤ ਕਰ ਦਿੰਦੇ ਹਨ। ਸੁੰਦਰ ਸ਼ਮਸ਼ ਚੌਗਿਰਦੈ ਮੁਖ ਤੇ ਕੇ ਮਹਾਰਾਜ ਦੇ ਮੁਖੜੇ ਤੇ 4 ਸ਼ਫੇਰੇ ਸੋਹਣਾ ਸਤਿਗੁਰਾਂ ਦਾ ਲੰਮਾ ਦਾੜਾ ਹੈ, ਕਾਲੇ ਰੰਗ ਦਾ ਸ਼ੋਭਾ ਪਾਰਿਆ। ਮੁਸਕਾਵਤ ਬੋਲਤ ਬਚ ਸੁਖ ਤੇ ਕੇ ਜਦੋਂ ਮੁਸਕਰਾਉਂਦੇ ਹੋਏ ਕੋਈ ਬਚਨ ਕਰਦੇ ਨੇ ਤਾਂ ਸੁਣਨ ਵਾਲੇ ਨੂੰ ਸੁਖ ਹੀ ਮਿਲਦਾ ਹੈ, ਸੁਖ ਦੇ ਬਚਨ ਕਹਿੰਦੇ ਹਨ। ਸੰਗਤ ਆਨ ਚਰਨ ਲਪਟਾਏ ਏਦਾਂ ਇੱਥੇ ਜਦੋਂ ਸਤਿਗੁਰੂ ਜੀ ਰੁਕੇ ਖੀਵੇ ਨਗਰ ਤੋਂ ਅੱਗੇ ਜੰਗਲ ਵਿੱਚ ਜਾ ਕੇ ਇਹਨੇ ਨੂੰ ਉਹ ਸੰਗਤਾਂ ਜਿਹੜੀਆਂ ਪਿਸ਼ੌਰ ਤੋਂ ਆ ਰਹੀਆਂ ਸਨ ਮਹਾਰਾਜ ਦੇ ਕੋਲ ਪਹੁੰਚ ਗਈਆਂ, ਚਰਨਾਂ ਨਾਲ ਲਪਟ ਗਈਆਂ। ਹੱਥ ਜੋੜ ਸਿਰ ਦੇਤ ਨਿਭਾਈ ਮਹਾਰਾਜ ਦੇ ਅੱਗੇ ਹੱਥ ਜੋੜ ਜੋੜ ਕੇ ਬੰਦਨਾ ਕੀਤੀਆਂ, ਸਿਰ ਨਵਾ ਕੇ ਮਹਾਰਾਜ ਦੇ ਚਰਨਾਂ ਤੇ ਰੱਖਦੇ ਹਨ। ਹਰ ਸੋ ਚਰਨ ਸ਼ੁਭਹਿ ਮੁਖ ਫੇਰ ਹੈ ਆਪਣੇ ਹੱਥਾਂ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਨੂੰ ਸਪਰਸ਼ ਕਰਕੇ, ਗੁਰਾਂ ਦੇ ਚਰਨਾਂ ਦੇ ਥੱਲੇੋਂ ਧੂੜੀ ਲਾ ਕੇ ਫਿਰ ਆਪਣੇ ਮੁਖ ਤੇ ਫੇਰਦੇ ਹਨ ਵੀ ਸਾਡਾ ਮੂੰਹ ਉਜਲਾ ਹੋਵੇਗਾ। ਗੁਰੂ ਸਾਹਿਬ ਦੇ ਚਰਨਾਂ ਦੀ ਕਿਰਪਾ ਹੋ ਗਈ ਤਾਂ ਕਲੰਕ ਤੋਂ ਰਹਿਤ ਰਹਾਂਗੇ। ਧਨ ਜਨਮ ਆਪਣੋ ਪੁਨ ਹੀਰ ਹੈ ਤੇ ਕਹਿੰਦੇ ਨੇ ਵੀ ਸਾਡਾ ਜਨਮ ਲੈਣਾ ਧੰਨ ਹੋ ਗਿਆ, ਵੀ ਅੱਜ ਸਫਲ ਹੋ ਗਿਆ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਕੇ। ਧਰਿਓ ਪਾਇਨ ਅਰਪ ਅਗਾਰੀ ਐਵੇਂ ਵਾਰੀ-ਵਾਰੀ ਪਿਸ਼ੌਰ ਦੀਆਂ ਸੰਗਤਾਂ ਦਰਸ਼ਨ ਕਰਕੇ ਜੋ ਕਿਸੇ ਨੇ ਕੋਈ ਭੇਟਾ ਲਿਆਂਦੀ ਉਹ ਮਹਾਰਾਜ ਦੇ ਅੱਗੇ ਰੱਖ ਰਹੇ ਨੇ। ਧਨ ਅਰ ਬਸਨ ਮੋਲ ਜਨ ਭਾਰੀ ਤਾਂ ਕੋਈ ਧਨ ਲੈ ਕੇ ਆਇਆ ਦਸਵੰਧ ਦਾ ਉਹ ਮਹਾਰਾਜ ਸਾਹਿਬ ਦੇ ਚਰਨਾਂ 'ਚ ਰੱਖਦਾ, ਕੋਈ ਬਹੁਤ ਕੀਮਤੀ ਵਸਤਰ ਸਤਿਗੁਰੂ ਸਾਹਿਬ ਜੀ ਦੇ ਵਾਸਤੇ, ਕੋਈ ਪਸ਼ਮੀਨੇ ਦੇ, ਕੋਈ ਰੇਸ਼ਮ ਦੇ, ਕੋਈ ਸੂਤ ਦੇ ਬਣੇ ਹੋਏ ਉਹ ਕੀਮਤੀ ਤੋਂ ਕੀਮਤੀ ਵਸਤਰ ਮਹਾਰਾਜ ਅੱਗੇ ਭੇਟਾ ਕਰਦੇ ਹਨ, ਜਿਨ੍ਹਾਂ ਦਾ ਬਹੁਤ ਮੁੱਲ ਹੈ। ਅਰਪ ਪਦਾਰਥ ਅਰਪਤ ਰਾਸ ਤੇ ਹੋਰ ਵੀ ਜਿਹੜੇ ਰਾਸ ਕਹਿੰਦੇ ਨੇ ਵੀ ਚੰਗੇ ਚੰਗੇ ਚੁਣ ਚੁਣ ਕੇ ਪਦਾਰਥ ਪਿਸ਼ੌਰ ਦੀਆਂ ਸੰਗਤਾਂ ਨੇ ਮਹਾਰਾਜ ਲਈ ਲਿਆਂਦੇ। ਫਿਰ ਗੁਰ ਨਿਕਟ ਹੋਤ ਅਰਦਾਸ ਵਾਰੀ ਵਾਰੀ ਮਹਾਰਾਜ ਦੇ ਕੋਲ ਅਰਦਾਸ ਹੋ ਰਹੀ ਹੈ। ਅਰਦਾਸੀਆ ਕਹਿ ਰਿਹਾ ਮਹਾਰਾਜ ਫਲਾਨਾ ਸਿੱਖ ਆ ਭੇਟਾ ਲੈ ਕੇ ਆਇਆ, ਫਲਾਨਾ ਆ ਅਰਦਾਸ ਕਰਾਉਂਦਾ ਏ। ਬਿਨੈ ਠਾਨ ਪਰ ਕਰਮਾ ਕਰ ਹੈ ਤੇ ਜਦੋਂ ਬੇਨਤੀ ਕਰੀ ਜਾਂਦੇ ਨੇ ਸਿੱਖ ਫੇਰ ਮੱਥਾ ਟੇਕ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਪਰਿਕਰਮਾ ਕਰਦੇ ਹਨ। ਉਸਤ ਅਨਕ ਪ੍ਰਕਾਰ ਉਚਰ ਹੈ ਤੇ ਅਨੇਕਾਂ ਤਰ੍ਹਾਂ ਕਰਕੇ ਉਸਤਤ ਕਰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ। ਮਨ ਭਾਵਤ ਸਤਿਗੁਰ ਬਰ ਦੀਨੇ ਮਨ ਭਾਉਂਦੇ ਵਾਰ ਦਿੱਤੇ, ਜੋ ਕੋਈ ਇੱਛਾ ਲੈ ਕੇ ਆਇਆ ਸੀ ਏਡੀ ਦੂਰੋਂ ਚੱਲ ਕੇ ਮਹਾਰਾਜ ਨੇ ਉਹਨਾਂ ਨੂੰ ਨਿਹਾਲ ਕਰ ਦਿੱਤਾ। ਤਿਨ ਕੀ ਕਾਲ ਪ੍ਰੇਮ ਜੁਤ ਚੀਨੇ ਪਾਤਸ਼ਾਹ ਨੇ ਇਹਨਾਂ ਦੀ ਕਾਲ ਕਮਾਈ ਪ੍ਰੇਮ ਦੇ ਸਹਿਤ ਜਾਣੀ। ਸਤਿਗੁਰੂ ਪ੍ਰੇਮ ਵਹਿੰਦੇ ਨੇ, ਆਉਂਦੇ ਤਾਂ ਬਹੁਤ ਆ ਆਪਾਂ ਸਤਿਗੁਰਾਂ ਕੋਲ। ਜਿਹੜਾ ਪ੍ਰੇਮ ਨਹੀਂ ਕਰਦਾ ਫਿਰ ਮਹਾਰਾਜ ਉਧਰ ਬਹੁਤਾ ਧਿਆਨ ਨਹੀਂ ਦਿੰਦੇ। ਜਿਹੜਾ ਪ੍ਰੇਮ ਕਰੇ, ਪ੍ਰੇਮ ਦੇ ਸਹਿਤ ਸੇਵਾ ਕਰੇ, ਉਧਰ ਮਹਾਰਾਜ ਖੁਸ਼ ਹੋ ਕੇ ਆਪਣਾ ਧਿਆਨ ਕੇਂਦਰਿਤ ਕਰਦੇ। ਨਵੇਂ ਪਾਤਸ਼ਾਹ ਵੇਖਿਆ ਵੀ ਇਹ ਪਿਸ਼ੌਰੀ ਸਿੱਖ ਜਿੰਨੇ ਵੀ ਹਨ ਇਹ ਪ੍ਰੇਮ ਭਾਵਨਾ ਦੇ ਨਾਲ ਕਮਾਈ ਕਰ ਰਹੇ ਨੇ। ਮੇਰੇ ਬਹੁਤ ਦਿਨ ਖੋਜਤ ਆਏ ਵੇਖੋ ਵੀ ਕਿੰਨਾ ਪ੍ਰੇਮ ਹੈ, ਵੀ ਇੱਕ ਤਾਂ ਦੂਰੋਂ ਆਏ ਆ
ਲੈਂਦੇ ਵੱਲੋਂ ਬਹੁਤ ਦੂਰ ਦੇਸ਼ ਹੈ। ਫਿਰ ਕਈ ਦਿਨਾਂ ਨੂੰ ਸਾਨੂੰ ਲੱਭਦੇ ਫਿਰਦੇ ਨੇ, ਮਗਰ ਮਗਰ ਖੋਜ ਕਰਦੇ ਫਿਰਦੇ ਨੇ। ਕਦੀ ਕਿਸੇ ਨੂੰ ਪੁੱਛਦੇ ਨੇ, ਐਨੂੰ ਮਹਾਰਾਜ ਨਹੀਂ ਜਾਂਦੇ ਵੇਖੇ, ਕਦੀ ਕਿਸੇ ਨੂੰ ਪੁੱਛਦੇ। ਤੇ ਮਹਾਰਾਜ ਨੂੰ ਖੋਜ ਖੋਜ ਕੇ ਲੱਭਦਿਆਂ ਲੱਭਦਿਆਂ ਇੱਥੇ ਆ ਕੇ ਸਾਨੂੰ ਮਿਲੇ ਹਨ। ਸ਼ਰਮਤ ਭਏ ਪੁਨ ਦਰਸ਼ਨ ਪਾਏ। ਬਾਦਸ਼ਾਹ ਕਹਿੰਦੇ ਵੀ ਵੇਖੋ ਥੱਕ ਗਏ ਹਨ ਚੱਲ ਚੱਲ ਕੇ, ਪਰ ਫੇਰ ਵੀ ਦਰਸ਼ਨ ਜ਼ਰੂਰ ਇਹਨਾਂ ਕੀਤੇ ਸਾਡੇ। ਗੁਰ ਕਹਿ ਦੀਨ ਸਥੀਰ ਦਿਲਾਸਾ। ਥੱਕੇ ਟੁੱਟੇ ਆਏ ਸੀ, ਮਹਾਰਾਜ ਨੇ ਬਚਨ ਕਹਿ ਕੇ ਇਹਨਾਂ ਨੂੰ ਧੀਰਜ ਦਿਲਾਸਾ ਹੌਸਲਾ ਦਿੱਤਾ। ਸਾਰਿਆਂ ਨੂੰ ਮਨੋਂ ਪ੍ਰੇਮ ਦਾ ਥਾਪੜਾ ਦੇ ਦਿੱਤਾ। ਕਿਰਪਾ ਦ੍ਰਿਸ਼ਟ ਦੇਖਤ ਚਹੁ ਪਾਸਾ। ਤੇ ਕਿਰਪਾ ਭਰੀ ਦ੍ਰਿਸ਼ਟੀ ਦੇ ਨਾਲ ਚਾਰ ਸਫੇਰੇ ਜਿੱਥੇ ਵੀ ਸਿੱਖ ਬੈਠੇ ਮਹਾਰਾਜ ਤੱਕ ਰਹੇ ਹਨ ਮਿਹਰ ਦੀ ਨਿਗਾਹ ਨਾਲ। ਇਤਨੇ ਮਹਿਰਾਹਕ ਇੱਕ ਆਵਾ। ਇਹਨੇ ਨੂੰ ਕੀ ਵੇਖਦੇ ਹਨ ਵੀ ਜਿੱਥੇ ਜੰਗਲ ਦੇ ਵਿੱਚ ਜੇ ਮਹਾਰਾਜ ਉਤਰੇ ਦਰਸ਼ਨ ਦੇ ਰਹੇ ਸੀ, ਇੱਕ ਜ਼ਿਮੀਂਦਾਰ ਮਹਾਰਾਜ ਕੋਲ ਆਇਆ। ਤਿਨ ਪ੍ਰਭਾਵ ਕੋ ਸੀਸ ਨਿਵਾਵਾ। ਮਹਾਰਾਜ ਦਾ ਪ੍ਰਭਾਵ ਤੇਜ ਵੇਖ ਕੇ ਤੇ ਸਤਿਗੁਰੂ ਸਾਹਿਬ ਜੀ ਨੂੰ ਇਹਨੇ ਨਮਸਕਾਰ ਕੀਤੀ। ਕਿਸਾਨ ਨੇ ਨਿਕਟ ਖੇਤਰ ਮੈਂ ਲੰਗੁਲ ਵਾਹਤ। ਹਾਂ, ਜਿੱਥੇ ਸਤਿਗੁਰੂ ਸਾਹਿਬ ਜੀ ਬੈਠੇ ਸਨ ਨੇੜੇ ਹੀ ਇਹਦਾ ਖੇਤ ਸੀ ਤੇ ਹਲ ਵਾਹ ਰਿਹਾ ਸੀ। ਕਿਉਂਕਿ ਸਤਿਗੁਰੂ ਅੰਮ੍ਰਿਤ ਵੇਲੇ ਹੀ ਤੁਰੇ ਤੇ ਉੱਥੇ ਟਿਕ ਗਏ ਨਾ, ਫਿਰ 1.5 ਕੋਹ ਪੈਂਡਾ ਜਾ ਕੇ। ਤੇ ਇਹ ਸਵੇਰ ਦੇ ਵੇਲੇ ਆਪਣੇ ਖੇਤਾਂ ਨੂੰ ਸਵਾਰਨ ਦੇ ਲਈ, ਹਾੜੀ ਬੀਜਣ ਵਾਸਤੇ ਤੇ ਹਲ ਵਾਹ ਕੇ ਖੇਤ ਸਵਾਰ ਰਿਹਾ ਸੀ। ਨਰ ਗਨ ਪਿਖ ਕਰ ਦਰਸ਼ ਉਮਾਹਤ। ਜਦੋਂ ਉਹਨੇ ਵੇਖਿਆ ਵੀ ਮਹਾਰਾਜ ਸਾਹਿਬ ਦੇ ਚਾਰ ਸਫੇਰੇ ਬਹੁਤ ਸੰਗਤ ਵੀ ਇਹ ਕਿੱਥੋਂ ਇਕੱਠੇ ਹੋਏ ਆ, ਜੰਗਲ ਦੇ ਵਿੱਚ ਮੰਗਲ ਲੱਗੇ ਪਏ ਨੇ, ਵੀ ਇਹ ਉਜਾੜ ਹੈ, ਕੋਈ ਬੰਦਾ ਇੱਥੇ ਦਿਖਦਾ ਨਹੀਂ ਸੀ ਮੈਨੂੰ, ਇਹ ਕਿੰਨੇ ਜਾਣੇ ਆਏ ਹੋਏ ਨੇ। ਇਹਦੇ ਮਨ ਵਿੱਚ ਵੀ ਬੜਾ ਉਮਾਹ ਆਇਆ। ਮਹਾਰਾਜ ਦਾ ਪ੍ਰਭਾਵ ਵੇਖਿਆ ਵੀ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਲਈ ਕਿੰਨੇ ਲੋਕ ਆਏ ਨੇ। ਫਿਰ ਪਛਾਣਦਾ ਹੈ ਵੀ ਇਹ ਸਾਡੇ ਇਲਾਕੇ ਦੇ ਨਹੀਂ, ਵੀ ਇਹ ਤਾਂ ਬੜੀ ਦੂਰ ਤੋਂ ਹੀ ਕਦੇ ਚੱਲ ਕੇ ਆਏ ਹਨ। ਤਕਰ ਹਮਾਰੇ ਘਰ ਤੇ ਆਈ। ਤੇ ਉਸੇ ਵੇਲੇ ਮਹਾਰਾਜ ਦੇ ਕੋਲ ਆ ਕੇ ਹੱਥ ਜੋੜ ਕੇ ਕਹਿਣ ਲੱਗਾ, ਮੱਥਾ ਟੇਕ ਕੇ ਵੀ ਹੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀਓ, ਆਪ ਕਿਰਪਾ ਕਰੋ। ਤੱਕਰ ਹਮਾਰੇ ਘਰ ਤੇ ਆਈ, ਵੀ ਮੇਰੇ ਮਗਰਾ ਘਰ ਤੋਂ ਮਹਾਰਾਜ ਵੱਡਾ ਬਰਤਨ ਜਿਹੜਾ ਹੈ ਘੜਾ ਭਰਿਆ, ਚਾਟੀ ਭਰੀ ਲੱਸੀ ਦੀ ਆਈ ਹੈ। ਕਰੋ ਆਪ ਪੀ ਪਾਨ ਮੰਗਾਈ। ਤੇ ਸਤਿਗੁਰੂ ਜੀ ਮੇਰੇ ਵੱਡੇ ਭਾਗ, ਇਹ ਹੁਣ ਘਰੋਂ ਆਇਆ, ਇਹ ਸੁੱਚਾ ਹੀ ਹੈ ਬਰਤਨ ਤੇ ਸਾਰਾ ਪਦਾਰਥ। ਤੇ ਪਾਤਸ਼ਾਹ ਇਹ ਆਪ ਵੀ ਛਕਣਾ ਕਰੋ, ਘਰੋਂ ਲੈ ਕੇ ਆਏ ਆ, ਇਹ ਮੈਂ ਆਪਣੇ ਛਕਣ ਵਾਸਤੇ ਮੰਗਵਾਈ ਸੀ, ਮੇਰੇ ਮਗਰ ਘੜਾ ਭਰ ਕੇ ਲੈ ਆਏ ਆ। ਤੇ ਮਹਾਰਾਜ ਹੁਣ ਤੁਹਾਡੇ ਦਰਸ਼ਨ ਹੋ ਗਏ ਨੇ। ਉਹ ਜ਼ਿਮੀਂਦਾਰ ਕਹਿੰਦਾ ਲੱਸੀ ਤੁਸੀਂ ਵੀ ਛਕਣਾ ਕਰੋ। ਗੁਰ ਤਬ ਕਹਿਓ ਭਾਵ ਸ਼ੁਭ ਹੇਰਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਰਾਹਕ ਜ਼ਿਮੀਂਦਾਰ ਦਾ ਚੰਗਾ ਭਾਵ ਪ੍ਰੇਮ ਵੇਖ ਕੇ ਕਹਿਣ ਲੱਗੇ, ਤੂੰ ਹੀ ਪਾਨ ਕਰੋ ਇਸ ਬੇਰਾ। ਮਹਾਰਾਜ ਕਹਿੰਦੇ ਵੀ ਤੇਰੇ ਪ੍ਰੇਮ 'ਚ ਹੀ ਸਾਨੂੰ ਸਾਰਾ ਕੁਝ ਪਹੁੰਚ ਗਿਆ ਹੈ, ਵੀ ਤੂੰ ਹੱਲ ਵਾਹ ਰਿਹਾ, ਸਵੇਰ ਦਾ ਥੱਕਿਆ ਟੁੱਟਿਆ, ਕੋਈ ਨਹੀਂ ਇਹ ਮੰਗਾਈ ਆ, ਹੁਣ ਲੱਸੀ ਤੂੰ ਹੀ ਪੀਏ ਸਵੇਰ। ਗੁਣ ਭਨਿਓ ਆਪ ਪੀ ਪੀਓ। ਫਿਰ ਦੁਬਾਰਾ ਮਹਾਰਾਜ ਕੋ ਸੁਣ ਕੇ ਜ਼ਿਮੀਂਦਾਰ ਕਹਿੰਦਾ, ਮਹਾਰਾਜ ਮੈਂ ਤਾਂ ਛਕੂੰਗਾ ਹੀ, ਪਰ ਪਹਿਲਾਂ ਤੁਸੀਂ ਵੀ ਛਕਣਾ ਕਰੋ। ਕਿਰਪਾ ਦ੍ਰਿਸ਼ਟ ਮੈਂ ਪੇਖਤ ਜੀਓ। ਮਹਾਰਾਜ ਤੁਹਾਡੇ ਦਰਸ਼ਨ ਕਰਕੇ ਮੇਰਾ ਤੇ ਇੱਕ ਨਵਾਂ ਹੀ ਜੀਵਨ ਬਣ ਗਿਆ, ਮੈਂ ਤਾਂ ਨਿਹਾਲ ਹੋ ਗਿਆ। ਹੁਣ ਕਿਰਪਾ ਦ੍ਰਿਸ਼ਟੀ ਕਰੋ, ਤੁਹਾਡੇ ਦਰਸ਼ਨ ਕਰਕੇ ਹੀ ਮੈਂ ਤਾਂ ਜੀਵਾਂਗਾ। ਬਾਰ ਬਾਰ ਕਹਿ ਰਾਹ ਕਰਹਿਓ। ਜਦੋਂ ਵਾਰ-ਵਾਰ ਇਹ ਕਿਸਾਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿੰਦਾ ਰਿਹਾ, ਮਹਾਰਾਜ ਲੱਸੀ ਤੁਸੀਂ ਵੀ ਛਕ ਲਓ, ਤੁਸੀਂ ਵੀ ਛਕਣਾ ਕਰੋ। ਤਬ ਸਤਿਗੁਰ ਸਿੱਖਨ ਸੋ ਕਹਿਓ। ਉਸ ਵੇਲੇ ਫਿਰ ਮਹਾਰਾਜ ਨੇ ਜਿਹੜੇ ਉਹ ਸਿੱਖ ਆਏ ਸੀ ਪਿਸ਼ੌਰ ਤੋਂ, ਉਹਨਾਂ ਦੇ ਤਾਂ ਹੀ ਕਹਿਣਾ ਕੀਤਾ, ਤਕਰ ਪਾਨ ਕੀਨਸ ਤਿਸ ਇਹਦੇ ਬੇਰੀ। ਵੀ ਗੁਰੂ ਸਿੱਖੋ ਤੁਸੀਂ ਬਹੁਤ ਥੱਕੇ ਟੁੱਟੇ ਹੀ ਆ ਰਹੇ ਹੋ, ਤੁਸੀਂ ਵੀ ਇਹ ਜੇ ਜ਼ਿਮੀਂਦਾਰ ਦੀ ਭਾਵਨਾ ਹੀ ਆ ਵੀ ਇਹ ਲੱਸੀ ਕਹਿੰਦਾ ਵੱਡਾ ਭਾਂਡਾ ਭਰਿਆ ਹੀ ਆ, ਤਾਂ ਤੁਸੀਂ ਸਾਰੇ ਹੀ ਪੀਣਾ ਕਰੋ। ਗੁਰੂ ਸਾਹਿਬ ਦੀ ਆਗਿਆ ਲੈ ਕੇ ਤਕਰ ਪਾਨ ਕੀਨਸ ਤਿਸ ਬੇਰੀ, ਲੱਸੀ ਸਾਰਿਆਂ ਸਿੱਖਾਂ ਨੇ ਪੀਤੀ ਤੇ ਇਸ ਜ਼ਿਮੀਂਦਾਰ ਨੇ ਪ੍ਰੇਮ ਨਾਲ ਛਕਾਈ, ਮਹਾਰਾਜ ਨੇ ਵੀ ਛਕਿਆ। ਸੰਗਤ ਤ੍ਰਿਖਾ ਮਿਟਾਏ ਬਡੇਰੀ। ਬਹੁਤ ਸੰਗਤ ਪਿਆਸੀ ਹੋਈ ਸੀ, ਜਿਹੜੀ ਮਹਾਰਾਜ ਦੇ ਮਗਰ ਮਗਰ ਮੰਜ਼ਲਾਂ ਤੋਂ ਮੰਜ਼ਲਾਂ ਤੈਅ ਕਰਦੇ ਆ ਰਹੇ ਸਨ ਦਰਸ਼ਨ ਕਰਨ ਵਾਸਤੇ। ਉਹ ਪਿਆਸ ਉਹਨਾਂ ਦੀ ਮਿਟ ਗਈ ਲੱਸੀ ਪੀ ਕਰਕੇ। ਰਾਹਕ ਸੰਤਾਪ ਸਤਿਗੁਰ ਪ੍ਰਾਹੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਉਸ ਵੇਲੇ ਜ਼ਿਮੀਂਦਾਰ ਨੂੰ ਇਹ ਬਚਨ ਕੀਤਾ, ਉਹਦੀ ਸੇਵਾ ਭਾਵਨਾ ਵੇਖ ਕੇ। ਦੁਗਦਰ ਹੈ ਬਹੁਤੋ ਘਰ ਮਾਹੀ। ਮਹਾਰਾਜ ਕਹਿੰਦੇ ਤੂੰ ਗੁਰੂ ਨਾਨਕ ਦੇਵ ਸਾਹਿਬ ਦੀਆਂ ਸੰਗਤਾਂ ਦੀ ਸੇਵਾ ਕਮਾਲੀ ਹੈ ਭਲਿਆ,
ਗੁਰੂ ਸਾਹਿਬ ਦੀਆਂ ਖੁਸ਼ੀਆਂ ਹੀ ਲੁੱਟ ਲੀਆਂ ਨੇ। ਮਾਨ ਵੀ ਗੁਰੂ ਨਾਨਕ ਦੇਵ ਸਾਹਿਬ ਨੂੰ ਤੂੰ ਖੁਸ਼ ਕਰ ਲਿਆ, ਤੇਰੇ ਘਰ ਦੇ ਵਿੱਚ ਦੁੱਧ ਦਹੀਂ ਦੀ ਕਮੀ ਕੋਈ ਨਹੀਂ ਰਹੇਗੀ। ਤੁਰੇ ਨਹੀਂ ਕਬ ਹੋਏ ਕਨੇਰੇ, ਕਦੀ ਥੋੜ ਨਹੀਂ ਆਊਗੀ, ਵੱਧਦਾ ਹੀ ਜਾਊਗਾ। ਜਿੰਨਾ ਹੋਣਾ ਹੈ ਤੋਂ ਵਧੇਕ ਹੀ ਹੋਵੇਗਾ ਦੁੱਧ ਦਹੀਂ ਘਰ ਵਿੱਚ। ਸਤ ਸੰਗਤ ਸੇਵੀ ਇਸ ਬੇਰੇ, ਹਾਂ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਸਤ ਸੰਗਤ ਦੀ ਤੂੰ ਇਸ ਵੇਲੇ ਸੇਵਾ ਕੀਤੀ, ਇਹਨਾਂ ਨੂੰ ਜਲ ਪਾਣੀ ਛਕਾਇਆ ਤਿਨ ਏ। ਸੰਗਤ ਕੋ ਕਰ ਸਨਮਾਨ, ਐਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਪਿਸ਼ੌਰ ਤੋਂ ਆਈਆਂ ਸੰਗਤਾਂ ਦਾ ਬਹੁਤਾ ਸਨਮਾਨ ਕੀਤਾ। ਤੈਤੇ ਸਤਿਗੁਰ ਕੀਨ ਸਪਿਆਨ, ਉਥੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅੱਗੇ ਨੂੰ ਪਿਆਨਾ ਕਰ ਦਿੱਤਾ ਵੀ ਚਲੋ ਸਾਡੇ ਨਾਲ ਹੀ ਚੱਲੋ, ਵੀ ਕਿਸੇ ਨਗਰ ਦੇ ਵਿੱਚ ਆਪਾਂ ਜਾ ਕੇ ਹੁਣ ਉਤਰਦੇ ਹਾਂ। ਸਗਰੀ ਸੰਗਤ ਸੰਗ ਲਿਆਏ, ਸਾਰੀ ਪਿਸ਼ੌਰ ਦੀ ਸੰਗਤ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੇ ਨਾਲ ਹੀ ਲੈ ਆਏ। ਭਿੱਖੀ ਗ੍ਰਾਮ ਸਮੁਖ ਕੋ ਆਏ, ਭਿੱਖੀ ਨਗਰ ਹੈ ਜਿੱਥੇ ਮਾਲਵੇ ਦੇ ਵਿੱਚ, ਉਹਦੇ ਸਾਹਮਣੇ ਮਹਾਰਾਜ ਸਾਹਿਬ ਜੀ ਆਣ ਪਹੁੰਚੇ। ਸਨੇ ਸਨੇ ਗਮਨਤ ਸੁਖ ਸਾਥ, ਸੁੱਖਾਂ ਦੇ ਸਹਿਜ ਸਹਿਜੇ ਸਹਿਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਪੈਂਡਾ ਤੈਅ ਕਰਦੇ ਆ ਰਹੇ ਨੇ। ਕਹਾਂ ਆਏ ਉਤਰੇ ਜਗਨਾਥ, ਜਗਤ ਦੇ ਮਾਲਕ ਨਾਵੇਂ ਪਾਤਸ਼ਾਹ ਨੇ ਜਦੋਂ ਭਿੱਖੀ ਨਗਰ ਨੇੜੇ ਆਇਆ ਵੇਖਿਆ, ਉੱਥੇ ਉਤਾਰਾ ਕੀਤਾ। ਇੱਕ ਦਿਨ ਸੰਗਤ ਤੇ ਠਾਂ ਰਹੀ, ਇੱਕ ਦਿਨ ਪਿਸ਼ੌਰ ਦੀਆਂ ਸੰਗਤਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਭਿੱਖੀ ਨਗਰ ਦੇ ਵਿੱਚ ਹੀ ਦਰਸ਼ਨ ਪਰਸ਼ਨ ਕਰਦੀਆਂ ਰਹੀਆਂ। ਪੁਨਹਿ ਬਿਦਾ ਗਮਨੇ ਔਰ ਚਾਹੀ, ਫੇਰ ਦਿਲ ਵਿੱਚ ਚਾਹਨਾ ਕੀਤੀ ਵੀ ਮਹਾਰਾਜ ਤੁਹਾਡੇ ਦਰਸ਼ਨ ਹੋ ਗਏ ਨੇ, ਸਾਡੇ ਕਾਰਜ ਰਾਸ ਹੋ ਗਏ, ਕਿਰਪਾ ਕਰੋ ਹੁਣ ਵਾਪਸ ਆਪਣੇ ਘਰਾਂ ਨੂੰ ਨਗਰਾਂ ਨੂੰ ਜਾਈਏ। ਸਿਰੋਂ ਪਾਉ 300 ਬੰਦਵਾਏ, ਜਦੋਂ ਇਹਨਾਂ ਏਦਾਂ ਕਿਹਾ ਤਾਂ ਮਹਾਰਾਜ ਨੇ ਸਾਰਿਆਂ ਨੂੰ ਸਿਰ ਪਾਉ ਦਿੱਤੇ, ਸਿਰ ਤੋਂ ਲੈ ਕੇ ਪੈਰਾਂ ਤੀਕ ਢੱਕਣ ਵਾਲਾ ਕੱਪੜਾ ਦਿੱਤਾ। ਜਥਾ ਜੋਗ ਜੇ ਤਿਕ ਮੁਖ ਆਏ, ਜਿੰਨਾ ਕਿਸੇ ਨੂੰ ਜੋਗ ਸੀ, ਜਿਹੜੇ ਵਿੱਚ ਕੋਈ ਮੁਖੀ ਸੰਗਤ ਲੈ ਕੇ ਆਏ, ਉਹਨਾਂ ਦਾ ਵੀ ਸਨਮਾਨ ਕੀਤਾ। ਹੁਣ ਮਸੰਦ ਸੋਂ ਪਾਗ ਬੰਧਾਈ, ਜਿਹੜਾ ਫਿਰ ਮਸੰਦ ਇਧਰਲੇ ਇਲਾਕੇ ਪਿਸ਼ੌਰ ਦਾ ਆਇਆ ਸੀ, ਗੁਰੂ ਸਾਹਿਬ ਦੀ ਸੰਗਤ ਲੈ ਕੇ ਉਹਨੂੰ ਦਸਤਾਰ ਦੇ ਕੇ ਉਹਦੇ ਸਿਰ ਦੇ ਉੱਤੇ ਬੰਨ੍ਹ ਦਿੱਤੀ। ਵਿਦਾ ਦਈ ਸਭਨ ਸੁਖਦਾਈ, ਸੁੱਖਾਂ ਦੇ ਦੇਣ ਵਾਲੇ ਨਾਵੇਂ ਪਾਤਸ਼ਾਹ ਨੇ ਸੰਗਤ ਨੂੰ ਵਿਦਿਆ ਕਰ ਦਿੱਤਾ। ਗੁਰ ਕੀ ਖੁਸ਼ੀ ਲਈ ਸਭ ਪਾਏ, ਸਾਰਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਬਹੁਤੀਆਂ ਖੁਸ਼ੀਆਂ ਬਖਸ਼ਿਸ਼ਾਂ ਪਾ ਕੇ ਗਮਨ ਕੀਨ ਸੰਗਤ ਸਮੁਦਾਇ, ਸਮੂਹ ਪਿਸ਼ੌਰ ਦੀਆਂ ਸੰਗਤਾਂ ਨੇ ਆਪਣੇ ਇਲਾਕੇ ਨੂੰ ਵਾਪਸ ਜਾਣ ਦੇ ਲਈ ਚਾਲਾ ਪਾ ਦਿੱਤਾ। ਤਿਨ ਪਾਸ਼ੇ ਸਤਿਗੁਰ ਸੁਖ ਧਾਮਾ, ਜਦੋਂ ਪਿਸ਼ੌਰ ਦੀ ਸੰਗਤ ਇੱਕ ਦਿਨ ਰਹਿ ਕੇ ਮਹਾਰਾਜ ਸਾਹਿਬ ਦੇ ਕੋਲ ਚਲੇ ਗਈ, ਉਹਨਾਂ ਦੇ ਜਾਣ ਤੋਂ ਮਗਰੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਸੁੱਖਾਂ ਦੇ ਘਰ ਹੀ ਹਨ ਮਾਨੋ। ਬਸੇ ਕਿਤਕ ਦਿਨ ਭਿੱਖੀ ਗ੍ਰਾਮਾ, ਕਈ ਦਿਨ ਕਹਿੰਦੇ ਵੀ ਭਿੱਖੀ ਨਗਰ ਦੇ ਵਿੱਚ ਹੀ ਨਾਵੇਂ ਪਾਤਸ਼ਾਹ ਨੇ ਨਿਵਾਸ ਰੱਖਿਆ। ਤੈਂਦੇ ਸੋ ਸਰਦਾਰ ਵਿਸਾਲਾ, ਇੱਥੇ ਮਹਾਰਾਜ ਦੇ ਸਿੱਖ ਸੇਵਕ ਪ੍ਰੇਮੀ ਵੀ ਸਨ। ਜਿੱਥੇ ਪ੍ਰੇਮੀ ਸਨ, ਇਸ ਇਲਾਕੇ ਦਾ ਇੱਕ ਦੇਸੂ ਜਿਹਦਾ ਦੇਸ ਰਾਜ ਨਾਮ ਹੈ, ਸਰਦਾਰ ਸੀ ਬਹੁਤ ਵੱਡਾ ਇਲਾਕੇ ਦਾ। ਚਾਹਲ ਗੋਤ ਚੜੇ ਤਿਸ ਨਾਲੇ, ਚਾਹਲ ਗੋਤ ਦਾ ਇਹ ਤੇ ਬਹੁਤ ਚਾਹਲ ਇਹਦੇ ਨਾਲ ਚੜ੍ਹਦੇ ਸਨ। ਜਿੱਧਰ ਨੂੰ ਵੀ ਜਾਂਦਾ ਸੀ, ਚਾਹਲਾਂ ਦਾ ਸਾਰਾ ਹੀ ਜਿਹੜਾ ਗੋਤ ਭਾਵ ਕਬੀਲਾ ਇਸ ਦੇਸ ਰਾਜ ਦੇ ਨਾਲ ਹੀ ਚੜ੍ਹਦਾ, ਇਹਦੇ ਨਾਲ ਹੀ ਆਉਂਦੇ ਜਾਂਦੇ। 2 ਦਿਨ ਬਿਤੇ ਮਿਲਨ ਨਹੀਂ ਆਇਓ, 2 ਦਿਨ ਜਦੋਂ ਹੋ ਗਏ ਨਾ ਨਾਵੇਂ ਪਾਤਸ਼ਾਹ ਨੂੰ ਇਸ ਭਿੱਖੀ ਨਗਰ ਦੇ ਵਿੱਚ ਆਇਆ, ਤਾਂ ਇਹ ਜਿਹੜਾ ਚਾਹਲਾਂ ਦਾ ਸਰਦਾਰ ਸੀ, ਇਹਨਾਂ ਚਾਹਲ ਜੱਟਾਂ ਦਾ, ਇਹ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਨ ਆਇਆ। ਜਿਨ ਸਰਵਰ ਸੇਵਾ ਚਿਤ ਲਾਇਓ, ਕਿਉਂ ਕਾਰਨ ਇਹ ਸੀ ਵੀ ਇਹ ਸਰਵਰੀਏ ਦਾ ਸੇਵਕ ਸੀ, ਲਾਲਾਂ ਵਾਲੇ ਨੂੰ ਮੰਨਦਾ ਪੂਜਦਾ ਸੀ। ਦੇਹ ਦਰੂਦ ਰੋਟ ਪਕਵਾਏ, ਦਰੂਦ ਰੋਟ ਪਕਵਾਏ, ਕਹਿੰਦੇ ਵੀ ਇਹ ਰੋਟ ਜਿਹਾ ਪਕਵਾ ਕਰਕੇ ਵੱਡਾ ਸਾਰਾ, ਤੇ ਦਰੂਦ ਆਦਿਕ ਹੋਰ ਇਹ ਸੇਵੀਆਂ ਆਦਿਕ ਦੀਆਂ ਹੋਰ ਹੀ ਤਰ੍ਹਾਂ ਦੀਆਂ ਚੜਾਉਂਦੇ ਪ੍ਰਸ਼ਾਦ। ਸਾਦਰ ਬੈਠ ਪਿਰਾਈ ਖਾਏ, ਤੇ ਜਿਹੜਾ ਪਿਰਾਈ ਹੈ, ਜਿਵੇਂ ਆਪਾਂ ਅਰਦਾਸ ਕਰਾਉਂਦੇ ਆ ਨਾ, ਤੇ ਇਹਨਾਂ 'ਚ ਭਰਾਈ ਹੁੰਦਾ ਹੈ। ਉਹ ਭਰਾਈ ਕੀ ਇੱਕ ਟਾਹਰ ਜੀ ਮਾਰਦਾ, ਉੱਚੀ ਜੀ ਆਵਾਜ਼ ਜੀ ਕਰਦਾ। ਇੱਧਰ ਤੋਂ ਜਕਾਰੇ ਛੱਡਦੇ ਨੇ ਨਾ ਸਿੰਘ ਗੁਰੂ ਕੇ ਸਿੱਖ, ਉਹ ਟਾਹਰਾਂ ਦੀਆਂ ਮਾਰਦਾ ਉੱਚੀ ਉੱਚੀ, ਉਹਨੂੰ ਭਰਾਈ ਕਹਿ ਦਿੰਦੇ ਨੇ। ਤੇ ਉਹ ਫਿਰ ਬੜੇ ਸਤਿਕਾਰ ਨਾਲ ਇਹਨਾਂ ਨੂੰ, ਕਿਉਂਕਿ ਉਹਨਾਂ ਦਾ ਨਿਯਮ ਜਿਹਾ ਜਿਵੇਂ ਸਖੀ ਸਰਵਰੀਏ ਦਾ ਲਾਲਾਂ ਵਾਲੇ ਨੂੰ ਮੰਨਣ ਵਾਲੇ, ਇਹ ਉੱਥੇ ਜਾ ਕਰਕੇ ਰੋਟ ਜੇ ਪਕਾ ਕੇ ਦਿੰਦੇ ਆ, ਸੇਵੀਆਂ ਜੀਆਂ ਚੜਾਉਂਦੇ ਹਨ। ਤੇ ਭਰਾਈ ਟਾਹਰਾਂ ਮਾਰਦਾ ਏ, ਫਿਰ ਬੈਠ ਜਾਂਦੇ ਉਹਨਾਂ ਚੋਂ ਹੀ ਜੂਠਾ ਜਿਹਾ ਲਾਲਾਂ ਵਾਲੇ ਦਾ
ਸਾਰਿਆਂ ਨੂੰ ਵਰਤਾਉਂਦੇ ਨੇ ਤੇ ਖਾ ਵੀ ਲੈਂਦੇ ਬੈਠ ਕਰਕੇ। ਸਰਵਰ ਕੀ ਖੁੰਡੀ ਗਰਗੇਰੀ। ਸੋ ਇਸ ਤਰ੍ਹਾਂ ਦੀ ਇਹ ਦੇਸ਼ ਰਾਜ ਜਿਹੜਾ ਦੇਸੂ ਸਰਦਾਰ ਸੀ, ਚਾਲਾਂ ਦਾ ਇਹਦੀ ਕਿਰਿਆ ਹੈ। ਤੇ ਗੱਲ ਦੇ ਵਿੱਚ ਇਹਨੇ ਲਾਲਾਂ ਵਾਲੇ ਦੀ ਇੱਕ ਖੁੰਡੀ ਜੀ ਪਾਈ ਹੋਈ ਸੀ, ਤਿਸ ਮੈਂ ਸ਼ਰਧਾ ਠਾਨ ਕਨੇਰੀ। ਉਹਦੇ ਵਿੱਚ ਬਹੁਤ ਸ਼ਰਧਾ ਜੀ ਬਣਾ ਕੇ ਰੱਖਦਾ ਸੀ। ਇਹਨੂੰ ਏਦਾਂ ਸੀ ਵੀ ਇਹ ਖੁੰਡੀ ਸਾਡੀ ਮਦਦ ਕਰਦੀ ਹੈ, ਵੀ ਸਖੀ ਸਰਵਰੀਏ ਦੀ। ਹਿੰਦੂ ਧਰਮ ਨਾ ਕਛੂ ਵਿਚਾਰ। ਹਿੰਦੂਆਂ ਦੇ ਵਿੱਚੋਂ ਸੀ, ਪਰ ਇਹਨੇ ਆਪਣਾ ਧਰਮ ਹੀ ਹਾਰ ਦਿੱਤਾ। ਆਪਣੇ ਧਰਮ ਦੀ ਕੋਈ ਮਰਿਆਦਾ ਇਹਨੇ ਰੱਖੀ ਨਾ ਦੇਸ਼ ਰਾਜ ਨੇ। ਤੁਰ ਕਰੀ ਤਸਿਰ ਉਪਰ ਧਾਰ ਹੈ। ਜਿਵੇਂ ਤੁਰਕਾਂ ਦੀ ਮਰਿਆਦਾ ਇਹ ਲਾਲਾਂ ਵਾਲੇ ਦੀ, ਆਪ ਤਾਂ ਕਹਿੰਦੇ ਵੀ ਇਹ ਔਂਤਰਾ ਹੀ ਮਰਿਆ ਸੀ, ਉਹ ਇਹਨੂੰ ਲਾਲਾਂ ਵਾਲਾ ਕਹਿੰਦੇ ਨੇ। ਵੀ ਇਹ ਲਾਲ ਦਿੰਦਾ, ਜਿਹਨੂੰ ਇਹ ਮੰਨਣ ਵਾਲੇ ਨੇ ਨਾ, ਉਹ ਕਹਿੰਦੇ ਵੀ ਇਹ ਤਾਂ ਲਾਲਾਂ ਦੇ ਦਾਤੇ ਹਨ, ਲੱਖਾਂ ਦਾ ਦਾਤਾ। ਹੋਰ ਕਈ ਕੁਝ ਸਖੀ ਸਰਵਰੀਏ ਇਹਨੂੰ ਮੰਨਦੇ ਨੇ। ਆਪ ਉਹ ਔਂਤਰਾ ਗਿਆ ਸੀ, ਇਹਦੀ ਸੰਤਾਨ ਕੋਈ ਨਹੀਂ ਸੀ ਹੋਈ, ਪਰ ਦੂਜਿਆਂ ਨੂੰ ਕਹਿੰਦੇ ਵੀ ਇਹ ਲਾਲ ਦਿੰਦਾ ਹੈ। ਸੋ ਇਸ ਪ੍ਰਕਾਰ ਦੇ ਨਾਲ ਤੁਰਕਾਂ ਵਾਲੀ ਰੀਤ ਧਾਰਨ ਕੀਤੀ ਇਸ ਦੇਸ਼ ਰਾਜ ਨੇ। ਪਰਮੇਸ਼ਰ ਕੋ ਜਾਣੇ ਨਾਹੀ। ਅਕਾਲ ਪੁਰਖ ਪਰਮੇਸ਼ਰ ਜਿਸ ਦਾ ਸਿਮਰਨ ਬੰਦਗੀ ਕਰਨੀ ਸੀ, ਉਹਨੂੰ ਤਾਂ ਸਮਝਦਾ ਹੀ ਕੁਝ ਨਹੀਂ ਹੈ। ਮਹਾਮੰਦ ਗਮਨੈ ਬਦ ਰਾਹੀ। ਕਹਿੰਦੇ ਬਹੁਤ ਹੀ ਮਾੜੀ ਮੱਤ ਹੈ, ਤੇ ਗਮਨੈ ਬਦ ਰਾਹੀ, ਭੈੜੇ ਰਾਹਾਂ ਤੇ ਚੱਲਦੇ ਨੇ। ਕਿਉਂਕਿ ਸਾਧ ਸੰਗਤ ਕੋਈ ਵੀ ਹੋਵੇ ਜਿਹੜਾ ਆਪਣਾ ਧਰਮ ਛੱਡ ਕੇ ਦੂਜੇ ਵੱਲ ਜਾਂਦਾ, ਉਹਨੂੰ ਮਹਾਰਾਜ ਚੰਗਾ ਨਹੀਂ ਗਿਣਦੇ। ਆਪਣੇ ਧਰਮ ਵਿੱਚ ਕਾਇਮ ਰਹਿਣਾ ਚਾਹੀਦਾ, ਧਰਮ ਦੀ ਮਰਿਆਦਾ ਦੇ ਵਿੱਚ। ਜੇ ਨਿਜ ਪੰਡਤ ਇਨ ਕਹੋ ਮਨ ਹੈ। ਇੱਥੇ ਪੰਡਤ ਵਿਦਵਾਨ ਕਈ ਲੋਕ ਇੱਧਰ ਤੁਰੇ ਫਿਰਦੇ ਸੀ, ਕਹਿੰਦੇ ਜੇ ਬ੍ਰਾਹਮਣ ਜਾਂ ਪੰਡਤ ਪੜ੍ਹੇ ਲਿਖੇ, ਉਹ ਵੀ ਇਹ ਸਖੀ ਸਰਵਰੀਆਂ ਨੂੰ ਮੰਨੀ ਜਾਣਗੇ। ਅਪਰਨ ਕੀ ਤਬ ਕੌਣ ਬਖਨ ਤੇ ਹੈ। ਜਿਹੜੇ ਅਨਪੜ੍ਹ ਵਿਚਾਰੇ, ਉਹਨਾਂ ਦੀ ਕੀ ਗਿਣਤੀ ਆ? ਉਹਨਾਂ ਦਾ ਵੇਖੋ ਵੇਖੀ ਆਖਣਾ ਹੀ ਹੈ ਨਾ ਵੀ ਉਹ ਫਲਾਨਾ ਜਾਂਦਾ, ਮੈਂ ਵੀ ਉੱਥੇ ਜਾਵਾਂ। ਗੁੱਗਾ ਮੀਰਾ ਅਰ ਸੁਲਤਾਨ। ਇਸ ਤਰ੍ਹਾਂ ਇਹ ਲੋਕ, ਕੋਈ ਗੁੱਗੇ ਨੂੰ ਮੰਨਦਾ ਹੈ, ਕੋਈ ਮੀਰਾ ਮੀਏ ਦੀ ਕੋਈ ਪੂਜਾ ਕਰਦਾ, ਸੁਲਤਾਨ ਤੇ ਕੋਈ ਸੁਲਤਾਨੀਏ ਸਖੀ ਸਰਵਰੀਏ ਨੇ। ਇਹ ਉਦੋਂ ਤਾਂ ਬਹੁਤਾ ਹੀ ਜ਼ਿਆਦਾ ਜ਼ੋਰ ਸੀ, ਪਰ ਹੁਣ ਵੀ ਲੋਕ ਘੱਟ ਨਹੀਂ ਹੈ। ਆ ਬਾਹਰੋਂ ਸਾਰਾ ਕੁਝ ਜਿਹੜਾ ਹੈ ਉਹ ਭੇਖ ਸਿੱਖੀ ਦਾ ਹੀ ਹੈ। ਇਹਦੇ ਅੰਦਰ ਘਰ ਦੇ ਵਿੱਚ ਹਾਲਾਂ ਵੀ ਇੱਕ ਹਰੇ ਜਿਹੇ ਰੰਗ ਦਾ ਆਲਾ ਜਿਹਾ ਬਣਾ ਲੈਂਦੇ ਆ, ਉਹਦੇ ਵਿੱਚ ਚਿਰਾਗ ਬਾਲਦੇ ਆ, ਫੋਟੋ ਜੀ ਲਾ ਲੈਂਦੇ, ਕਹਿੰਦੇ ਜੀ ਅਸੀਂ ਤਾਂ ਸਖੀ ਸਰਵਰੀਏ ਨੂੰ ਵੀ ਮੰਨਦੇ ਹਾਂ, ਅਸੀਂ ਤਾਂ ਸਾਰਿਆਂ ਨੂੰ ਹੀ ਮੰਨਦੇ ਹਾਂ। ਉਹ ਹੋਰ ਹੀ ਬਹਾਨਾ ਜਿਹਾ ਹੁੰਦਾ ਜੀ, ਸਾਡੇ ਤਾਂ ਸਾਰੇ ਹੀ ਰੱਬ ਪੂਜਨੀਕ ਹੈ। ਉਹ ਰੱਬ ਸਾਰੇ ਕਿਤੇ ਲੱਖ ਨੇ, ਰੱਬ ਤਾਂ ਇੱਕੋ ਹੀ ਹੈ, ਪਰਮੇਸ਼ਰ ਤਾਂ ਇੱਕ ਹੀ ਹੈ। ਇਹ ਤਾਂ ਹੋਰ ਉਹਦੇ ਬਣਾਏ ਆਮ ਬੰਦੇ ਜਿਹੇ ਹੀ ਹੈ, ਉਹ ਵੀ ਪਖੰਡ ਕਰਨ ਵਾਲੇ। ਕੋਈ ਮਰਿਆਦਾ, ਕੋਈ ਨਿਯਮ, ਕੋਈ ਸਿੱਖਿਆ ਤੋਂ ਮਿਲਦੀ ਹੋਵੇ, ਜਿੱਥੋਂ ਕੋਈ ਸਿੱਖਿਆ ਨਹੀਂ ਮਿਲਦੀ, ਕੋਈ ਪਰਉਪਕਾਰ ਦਾ, ਕੋਈ ਕਿਰਤ ਕਰਨ ਦਾ, ਕੋਈ ਸੇਵਾ ਦਾ, ਕੋਈ ਸਿਮਰਨ ਦਾ ਉਪਦੇਸ਼ ਨਹੀਂ ਨਾ ਮਿਲਦਾ ਸਾਧ ਸੰਗਤ, ਉੱਥੇ ਜਾਣ ਦਾ ਦੱਸੋ ਲਾਭ ਹੀ ਕੀ ਹੈ? ਜਿੱਥੇ ਗਿਆਨ ਕਿਸੇ ਨੇ ਕਹਿਣਾ ਹੀ ਨਹੀਂ ਵੀ ਤੁਸੀਂ ਚੋਰੀ ਨਹੀਂ ਕਰਨੀ, ਜਾਰੀ ਨਹੀਂ ਕਰਨੀ, ਗਾਲ ਮੰਦਾ ਨਹੀਂ ਕਰਨਾ, ਸੇਵਾ ਕਰਿਆ ਕਰੋ, ਸਿਮਰਨ ਕਰਿਆ ਕਰੋ, ਸੰਗਤ ਕਰਿਆ ਕਰੋ, ਕਮਾਈ ਧਰਮ ਦੀ ਕਰੋ, ਆਪਣੀ ਹੱਕ ਹਲਾਲ ਦੀ ਖਾਓ। ਇਹ ਸਾਰਾ ਕੁਝ ਮਹਾਰਾਜ ਸਾਨੂੰ ਦੁਨੀਆ ਦੇ ਕੰਮ ਵੀ ਅਤੇ ਧਰਮ ਦਾ ਰਾਹ ਵੀ ਸਾਰਾ ਕੁਝ ਗੁਰੂ ਘਰ ਚੋਂ ਸਾਨੂੰ ਪ੍ਰਾਪਤ ਹੁੰਦਾ ਹੈ, ਵੀ ਨੇਕ ਹੀ ਹੋਵੇ ਜੀਵਨ ਸਾਡਾ। ਪਰ ਇਹ ਇੱਦਾਂ ਦੇ ਲੋਕ ਸੀ, ਕੋਈ ਗੁੱਗੇ ਨੂੰ ਮੰਨਦਾ ਹੈ, ਕੋਈ ਮੀਏ ਨੂੰ, ਕੋਈ ਸੁਲਤਾਨਾਂ ਨੂੰ ਪੂਜ ਰਿਹਾ ਏ। ਧਰਮ ਛੋੜ ਇਨ ਮਨ ਹੈ ਆਨ। ਆਪਣਾ ਧਰਮ ਛੱਡ ਕੇ ਤੇ ਹੋਰਨਾਂ ਨੂੰ ਹੀ ਕਹਿੰਦੇ ਮੰਨੀ ਪੂਜੀ ਜਾਂਦੇ ਹਨ। ਕਈ ਕਹਿਣਗੇ ਵੀ 9 ਗਜਾ ਪੀਰ, 9 ਗਜ ਵੇਖਿਆ ਕਿੱਡਾ ਲੰਮਾ ਹੁੰਦਾ ਹੈ, ਵੀ ਇਹ 9 ਗਜਾ ਪੀਰ ਇਹੋ ਜਿਹੇ ਕਿੱਥੋਂ ਆ ਗਏ ਤੁਹਾਡੇ? ਤੋ ਪਰਮੇਸ਼ਰ ਕੋ ਕਿਆ ਮੰਨ ਹੈ। ਕਹਿੰਦੇ ਰੱਬ ਨੂੰ ਇਹਨਾਂ ਲੋਕਾਂ ਨੇ ਕੀ ਮੰਨਣਾ ਹੈ ਜਿਹੜਾ ਆਪਣਾ ਧਰਮ ਹੀ ਨਹੀਂ ਮੰਨਦਾ, ਜਿਹੜਾ ਆਪਣੇ ਧਰਮ 'ਚ ਹੀ ਕਾਇਮ ਨਹੀਂ ਹੈ। ਰਹਿ ਕੇ ਹਿੰਦੂ ਤਿਆਗਤ ਸਿਆਣੇ। ਇਹ ਬਹੁਤ ਹੀ ਭਟਕੇ ਹੋਏ ਸਨ। ਮਾਲਵੇ ਵਿੱਚ ਜਿਹੜੇ ਹਿੰਦੂ ਆਏ, ਆਪਣੇ ਆਪ ਨੂੰ ਸਿਆਣੇ ਅਖਵਾਉਣ ਵਾਲੇ ਵੀ ਧਰਮ ਛੱਡ ਗਏ। ਕਿਤਕ ਸਿੱਖ ਭਿੱਖੀ ਕੇ ਮਾਹੇ। ਇਸ ਭਿੱਖੀ ਨਗਰ 'ਚ ਕੁਝ ਕੁ ਸਿੱਖ ਰਹਿੰਦੇ ਸਨ, ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਤੇ ਭਰੋਸਾ ਰੱਖਣ ਵਾਲੇ। ਦੇਸੋ ਕੋ ਸਮਝਾਵਤ ਚਾਹੇ। ਆ ਜਿਹੜਾ ਦੇਸ ਰਾਜ ਸਰਦਾਰ ਹੈ, ਇਹਨਾਂ ਚਾਹਲ ਜੱਟਾਂ ਜ਼ਿਮੀਂਦਾਰਾਂ ਦਾ ਉਹਨੂੰ ਸਮਝਾਉਂਦੇ ਰਹੇ ਬਹੁਤ ਹੀ ਏ। ਨਾਨਕ ਕੀ ਗਾਦੀ ਪਰ ਹੈ। ਕਹਿੰਦੇ ਵੀ ਆਪਣੇ ਨਗਰ ਬਾਰ-ਬਾਰ ਗੁਰੂ ਤੇਗ ਬਹਾਦਰ ਸਾਹਿਬ ਆਏ ਨੇ ਤੇ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਬਿਰਾਜਮਾਨ ਨੇ। ਮਿਲੋ ਇਹਨੇ ਜੇ ਨਿਜ ਸੁਖ ਕਰ ਹੈ। ਜੇ ਤੂੰ ਚਾਹੁੰਦਾ ਹੈ ਨਾ ਵੀ ਮੇਰੇ ਜੀਵਨ ਦੇ ਵਿੱਚ ਸੁਖ ਆਨੰਦ ਆਵੇ, ਮੇਰਾ ਲੋਕ
ਲੋਕ ਪਰਲੋਕ ਸੁਧਰੇ ਤਾਂ ਇਹਨਾਂ ਨੂੰ ਮਿਲਣਾ ਕਰ। इनको क्रोध प्रसन्न अफल न है। ਇਹ ਕ੍ਰੋਧ ਕਰ ਦੇਣ, ਕਿਸੇ ਦੇ ਪ੍ਰਸੰਨਤਾ ਕਰ ਦੇਣ ਤਾਂ ਉਹ ਨਿਸ਼ਫਲ ਨਹੀਂ ਜਾਂਦਾ, ਉਸੇ ਤਰ੍ਹਾਂ ਹੀ ਪੂਰਾ ਹੋ ਜਾਂਦਾ ਹੈ। ਜੇ ਖੁਸ਼ੀ ਹੋਵੇ ਤੇ ਕਿਸੇ ਦੇ ਰੋਸ ਹੋਵੇ। दाता बर सराप के सब मह। ਹਾਂ, ਸਰਾਪ ਦੇਣਾ ਹੋਵੇ, ਵਰ ਦੇਣਾ ਹੋਵੇ, ਸਭ ਚੀਜ਼ਾਂ ਦੇ ਦਾਤੇ ਹਨ ਗੁਰੂ ਤੇਗ ਬਹਾਦਰ ਸਾਹਿਬ। देवन कहो पी दुख तो सुख दानी। ਆ ਜਿਹੜੇ ਦੇਵਤੇ ਲੋਕ ਨੇ ਨਾ, ਪੀਰ ਫਕੀਰ ਜਿਨ੍ਹਾਂ ਨੂੰ ਤੂੰ ਮੰਨਦਾ ਏ, ਉਹ ਵੀ ਇਹਨਾਂ ਦੇ ਦਰ ਤੇ ਆ ਕੇ ਦਾਤਾ ਮੰਗਦੇ, ਉਹਨਾਂ ਨੂੰ ਵੀ ਸੁਖ ਦੇਣ ਹਾਰੇ ਨੇ ਪਾਤਸ਼ਾਹ। नरप परन की कहाँ कहानी। ਆਮ ਵਿਚਾਰੇ ਮਨੁੱਖਾਂ ਦੀ ਕੀ ਗੱਲ ਦਸੀਏ, ਤਾਂ ਦੇਵਤੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਬੇਨਤੀਆਂ ਕਰਦੇ ਹਨ। इत्यादक तिसको समझाए। ਇਹ ਤੇ ਆਦਿਕ ਜਿਹੜੇ ਭਿੱਖੀ ਨਗਰ ਵਿੱਚ ਕੁਝ ਸਿੱਖ ਸਨ, ਇਹ ਸਰਦਾਰ ਨੂੰ ਸਮਝਾਉਂਦੇ ਰਹੇ ਦੇਸ ਰਾਜ ਨੂੰ। सतगुर साथ मिलन ठहराए। 2 ਦਿਨ ਤੇ ਨਹੀਂ ਇਹਨੇ ਕੋਈ ਕੰਨ ਕੀਤਾ, ਹਾਂ ਹੂੰ ਜੀ ਕਰ ਛੱਡੀ। ਫਿਰ ਕਰਦਿਆਂ ਸਾਧ ਸੰਗਤ ਅਖੀਰ ਇਹਨੇ ਮਨ ਵਿੱਚ ਕਿਹਾ ਵੀ ਚਲੋ ਇੱਕ ਵਾਰ ਮਿਲ ਹੀ ਲੈਨੇ ਆ। भयो तैयार कुछ लई उपाय न। ਕੁਝ ਭੇਟਾ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲਣ ਵਾਸਤੇ ਤਿਆਰ ਹੋ ਗਿਆ। मिलकर मैं बंदों गुर पाए न। ਕਹਿੰਦਾ ਵੀ ਜੇ ਤੁਸੀਂ ਕਹਿੰਦੇ ਹੋ ਤੇ ਮੈਂ ਜ਼ਰੂਰ ਇੱਕ ਵਾਰ ਮਿਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਮਸਕਾਰ ਕਰਾਂਗਾ। ਪੜ੍ਹ ਦੇ ਦੋਹਰਾ। दोहरा समझायो सिखियन जब है। ਇਹ ਤਾਂ ਭਿੱਖੀ ਨਗਰ ਦੇ ਜਦੋਂ ਸਿੱਖਾਂ ਨੇ ਦੇਸ਼ ਰਾਜ ਚਾਹਲਾਂ ਦੇ ਸਰਦਾਰ ਨੂੰ ਸਮਝਾਇਆ। देसो हव कर त्यार। ਆਏ ਫਿਰ ਤੀਸਰੇ ਦਿਨ ਤਿਆਰ ਹੋਇਆ, ਤੀਜੇ ਦਿਨ ਗੱਲ ਮੰਨੀ ਇਸਨੇ। फिर संग लै नरन की। ਬਹੁਤੇ ਲੋਕਾਂ ਦੀ ਚਾਹਲ ਜਿਹੜੇ ਦੇ ਨਾਲ ਚੱਲਦੇ ਸਨ, ਉਹਨਾਂ ਦੀ ਭੀੜ ਨਾਲ ਲੈ ਕੇ आयो गुर दरबार। ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦਰਬਾਰ ਸਜਾਈ ਬੈਠੇ ਸਨ, ਉੱਥੇ ਆਇਆ ਹੈ। ਤੇ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀਆਂ ਤੇ ਬਖਸ਼ਿਸ਼ਾਂ ਹੁੰਦੀਆਂ ਨੇ, ਪਰ ਘਰ ਵਾਲੀ ਦੇ ਆਖੇ ਲੱਗ ਕੇ ਮੂਲੇ ਖੱਤਰੀ ਵਾਂਗੂ ਬੇਮੁਖ ਹੋ ਕੇ ਮਰਦਾ ਹੈ। ਇਹ ਸਾਖੀ ਬਖਸ਼ਿਸ਼ਾਂ ਦੀ ਵੀ ਅੱਗੇ ਮੌੜ ਮੰਡੀ, ਖਿਆਲੇ ਨਗਰ, ਦਮਦਮਾ ਸਾਹਿਬ ਜਿੱਥੇ ਹੁਣ ਇਹਨਾਂ ਇਲਾਕਿਆਂ ਵਿੱਚ ਜਿਵੇਂ ਨਵੇਂ ਪਾਤਸ਼ਾਹ ਨੇ ਕਿਰਪਾ ਕੀਤੀ, ਉਹ ਸਾਰਾ ਹੀ ਇਤਿਹਾਸ ਅਗਲੇ ਪ੍ਰਸੰਗ ਵਿੱਚ ਆਉਣ ਵਾਲੀ ਸਾਖੀ ਵਿੱਚ ਆਪਾਂ ਸਰਵਣ ਕਰਾਂਗੇ। ਇਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗਏ ਤਾਂ ਅਨੇਕਾਂ ਹੀ ਨਗਰਾਂ ਥਾਣੀ, ਜਿੱਥੇ ਜਿੱਥੇ ਕੋਈ ਥੋੜੀ ਬਹੁਤ ਘਟਨਾ ਹੋਈ ਉਹਦਾ ਇਤਿਹਾਸ ਜ਼ਿਕਰ ਆਇਆ। ਨਹੀਂ ਤੇ ਪਾਤਸ਼ਾਹ ਨੇ ਤਾਂ ਬਹੁਤ ਲੰਮੀ ਯਾਤਰਾ ਕੀਤੀ ਹੈ। ਦੇਵੇਂ ਨਵੇਂ ਪਾਤਸ਼ਾਹ ਬਖਸ਼ਿਸ਼ਾਂ ਕਰਦੇ ਜਾ ਰਹੇ ਨੇ। ਕੋਈ ਇੱਕ ਅੱਧਾ ਕਿਸੇ ਨਗਰ ਚੋਂ ਬਖਸ਼ਿਸ਼ ਲੈ ਕੇ ਨਿਹਾਲ ਹੋ ਰਿਹਾ। ਬਹੁਤੇ ਬੇਮੁਖ ਦੇ ਹੀ ਲੋਕ ਮਹਾਰਾਜ ਸਾਹਿਬ ਜੀ ਦੀ ਆਓ ਭਗਤ ਸੇਵਾ ਵੀ ਨਹੀਂ ਭਾਵਨਾ ਦੇ ਨਾਲ ਇਹਨਾਂ ਕੀਤੀ। ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਹੁਣ ਜਿਵੇਂ ਦੇਸ ਰਾਜ ਆਉਂਦਾ ਹੈ, ਜੋ ਸਖੀ ਸਰਵਰੀਏ ਸੁਲਤਾਨਾਂ ਨੂੰ ਮੰਨਦਾ ਏ, ਇਹ ਮਹਾਰਾਜ ਇਹਨੂੰ ਸਮਝਾਉਣਗੇ ਵੀ ਪਰਮੇਸ਼ਰ ਦਾ ਨਾਮ ਜਪਿਆ ਕਰੋ। ਇਹੋ ਜਿਹੇ ਪਖੰਡ ਦੇ ਇਹੋ ਜਿਹੇ ਕੰਮਾਂ 'ਚ ਸਿੱਖਾਂ ਨੂੰ ਨਹੀਂ ਪੈਣਾ ਚਾਹੀਦਾ। ਇਹ ਉਹਦੇ ਵਾਸਤੇ ਨਹੀਂ, ਸਾਡੇ ਵਾਸਤੇ ਵੀ ਸਾਧ ਸੰਗਤ ਸਿੱਖਿਆ ਏ। ਭਰੋਸਾ ਜਦੋਂ ਇੱਕ ਤੇ ਕਾਇਮ ਰੱਖੋਗੇ ਨਾ, ਜਦੋਂ ਤੁਹਾਡਾ ਧਿਆਨ ਇੱਕ ਪਾਸੇ ਕੇਂਦਰਿਤ ਹੋਏਗਾ, ਫਿਰ ਤੁਸੀਂ ਮੰਜ਼ਿਲ ਤੇ ਵੀ ਪਹੁੰਚ ਜਾਓਗੇ। ਜਦੋਂ ਧਿਆਨ ਸਾਡਾ ਭਟਕਦਾ ਹੋਵੇ, ਫਿਰ ਔਖਾ ਹੋ ਜਾਂਦਾ ਵੀ ਜਾਣਾ ਕਿਹਨੂੰ ਹੈ। ਜਦੋਂ 4-5 ਜਾਣੇ ਸਲਾਹਾਂ ਦੇਣ ਵਾਲੇ ਹੀ ਹੋਣ, ਕਈ ਵਾਰ ਬੰਦਾ ਦੁਖੀ ਹੋ ਕੇ ਕਹਿੰਦਾ ਵੀ ਕਿਹਦੀ ਮੰਨਾ, ਕੋਈ ਐਨੂੰ ਖਿੱਚਦਾ, ਕੋਈ ਐਨੂੰ ਖਿੱਚਦਾ। ਇਵੇਂ ਇੱਕ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਤੇ ਭਰੋਸਾ ਰੱਖੋ ਤੇ ਸਾਡੇ ਜੀਵਨ ਵਿੱਚ ਬਖਸ਼ਿਸ਼ਾਂ ਹੋਣਗੀਆਂ। ਗੁਰੂ ਤੇਗ ਬਹਾਦਰ ਸਾਹਿਬ ਰਹਿਮਤਾਂ ਕਰਨ, ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਆਓ ਅਖੀਰ 'ਚ ਇੱਕ ਵਾਰ ਫੇਰ ਆਪ ਸੰਗਤਾਂ ਨੂੰ ਗੁਰੂ ਕਲਗੀਧਰ ਮਹਾਰਾਜ ਵੱਲੋਂ ਜੋ ਸ਼ਸਤਰ ਪੂਜਨ ਦਿਵਸ ਦਰਬਾਰ ਖਾਲਸਾ ਦੀ ਆਰੰਭਤਾ ਹੋਈ, ਦਰਬਾਰ ਖਾਲਸਾ ਦੁਸਹਿਰੇ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਸ਼ਸਤਰਾਂ ਦਾ ਮਾਣ ਸਨਮਾਨ ਕਰਿਆ ਕਰੋ। दोहरा समझायो सिखयन जब है। देशो हवे कर त्यार। पीर संग लै नरन की। आयो गुर दरबार। वाहेगुरु जी का खालसा, वाहेगुरु जी की फतेह। गोबिंद हे गोपाल हे दयाल लाल। प्राणनाथ अनाथ सखे दीन दर्द निवार। हे समरथ अगम पूरन
ਨਾਨਕ ਪਾਰ ਉਤਾਰੈ। ਪਾਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਚਾਲਤਾ ਪ੍ਰਤ ਹੋਤ ਹੈ ਸੁਨਹਿ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸ਼ਰਦਾ ਕਰ ਸੇਵੰਦ ਵਾਹਿਗੁਰੂ ਪਾਰ ਉਤਾਰਨ ਜੋ ਹਾਰ। ਸ਼ਰਦਾ ਕਰ ਸੇਵੰਦ ਵਾਹਿਗੁਰੂ ਗੁਰੂ ਪਾਰ ਉਤਾਰਨ ਹਾਰ।